ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਗੁਰੂ ਵਾਚ ਦੋਹਰਾ ਸਾਖ ਵੇਦ ਅਰ ਸਿਮਰਤ ਕੀ ਧਰੈ ਗ੍ਰੰਥ ਬੜ ਜਾਏ। ਤਾਂ ਤੇ ਉਪਮਾ ਜੁਗਤ ਸੋਂ ਪ੍ਰਗਟ ਦੇਤ ਸਮਝਾਏ। ਸਾਖ ਵੇਦ ਅਰ ਸਿਮਰਤ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕੱਲ੍ਹ ਆਪਾਂ ਉਪਾਦਾਨ ਕਾਰਨ ਦੇ ਸੰਬੰਧ ਵਿੱਚ ਪੜ੍ਹਿਆ ਸੀ ਕਿ ਬ੍ਰਹਮ ਹੀ ਜਿਹੜਾ ਹੈ ਉਹ ਇਸ ਜਗਤ ਦਾ ਉਪਾਦਾਨ ਕਾਰਨ ਆ। ਤੇ ਸਿੱਖ ਨੇ ਉਸ ਵੇਲੇ ਪ੍ਰਸ਼ਨ ਕੀਤਾ ਸੀ ਵੀ ਗੁਰੂ ਜੀ ਇਹ ਬ੍ਰਹਮ ਤੇ ਨਿੱਤ ਆ ਤੇ ਚੇਤਨ ਸਰੂਪ ਆ, ਸੰਸਾਰ ਅਨਿੱਤ ਆ ਤੇ ਜੜ ਆ, ਇਸ ਕਰਕੇ ਇਹਦਾ ਸੁਮੇਲ ਨਹੀਂ ਹੁੰਦਾ। ਫਿਰ ਉਪਾਦਾਨ ਕਿਵੇਂ ਕਰਕੇ ਹੋ ਗਿਆ ਕਿ ਜੜ ਨੂੰ ਹੀ ਜਿਹੜਾ ਚੇਤਨ ਬ੍ਰਹਮ ਸਰੂਪ ਕਿਵੇਂ ਵੀ ਮੰਨਣਾ ਕਰੀਏ, ਚੇਤਨ ਦਾ ਸਰੂਪ ਕਿਵੇਂ ਮੰਨਣਾ ਕਰੀਏ ਜੜ ਸੰਸਾਰ ਨੂੰ, ਕਿਉਂਕਿ ਮੇਲ ਨਹੀਂ ਹੁੰਦਾ। ਉਹ ਜੜ ਉਹ ਚੇਤਨ ਬਹੁਤ ਫਰਕ ਹੈ। ਤੇ ਗੁਰੂ ਜੀ ਨੇ ਕਿਹਾ ਵੀ ਸਿੱਖ ਐਸਾ ਨਹੀਂ ਹੈ, ਕਿਉਂਕਿ ਚੇਤਨ ਤੋਂ ਹੀ ਜੜ ਚੀਜ਼ਾਂ ਪੈਦਾ ਹੋ ਜਾਂਦੀਆਂ ਤੇ ਜੜ ਤੋਂ ਚੇਤਨ ਚੀਜ਼ਾਂ ਪੈਦਾ ਹੋ ਜਾਂਦੀਆਂ। ਇਸ ਤਰ੍ਹਾਂ ਤੂੰ ਇਹ ਸੰਸਾ ਆਪਣਾ ਦੂਰ ਕਰ ਦੇ ਵੀ ਗੁਰੂ ਜੀ ਕਿਵੇਂ ਹੁੰਦੀਆਂ। ਤੇ ਗੁਰੂ ਨੇ ਕਿਹਾ ਵੀ ਵੇਖ ਸਰੀਰ ਚੇਤਨ ਆ, ਇਹ ਤੋਂ 9 ਜਿਹੜੇ ਜੜ ਪੈਦਾ ਹੁੰਦੇ, ਜਿਹੜੇ ਕੱਟੇ ਜਾਣ ਤੇ ਕੋਈ ਦਰਦ ਨਹੀਂ ਹੁੰਦਾ। ਤੇ ਉਹ ਵੇਖੋ ਨਾਲ ਹੀ ਲੱਗੇ ਹੁੰਦੇ ਆ। ਸਰੀਰ ਤੋਂ ਜਿਹੜੇ 9 ਆ ਉਹ ਜੜ ਆ ਪੈਦਾ ਹੋਏ। ਇਸੇ ਤਰ੍ਹਾਂ ਜੜ ਤੋਂ ਚੇਤਨ ਕਿਵੇਂ ਆ, ਜਿਹੜਾ ਪਸ਼ੂਆਂ ਦਾ ਗੋਹਾ ਹੈ ਉਹ ਤਾਂ ਹੈ ਜੜ, ਪਰ ਉਤੋਂ ਜਿਹੜਾ ਗੋਹੇ ਦਾ ਕੀੜਾ ਉਹ ਚੇਤਨ ਪੈਦਾ ਆਪਣੇ ਆਪ ਹੀ ਹੋ ਜਾਂਦਾ। ਇਸੇ ਤਰ੍ਹਾਂ ਬ੍ਰਹਮ ਚੇਤਨ ਆ ਤੇ ਚੇਤਨ ਤੋਂ ਇਹ ਜੜ ਰੂਪ ਸੰਸਾਰ ਪੈਦਾ ਹੋਇਆ। ਜੜ ਤੋਂ ਹੀ ਬ੍ਰਹਮ ਰੂਪੀ ਚੇਤਨ ਸੰਸਾਰ ਹੈ, ਵਿੱਚ ਹੀ ਇਹ ਸਭ ਮਿਲੀ ਭੂਤ ਰਲਿਆ ਮਿਲਿਆ। ਸੋ ਇਹ ਜੜ ਸਰੀਰਾਂ ਤੋਂ ਹੀ ਜਿਹੜਾ ਹੈ ਵਿੱਚ ਚੇਤਨ ਮਾਇਆ ਹੈ। ਸੋ ਇਹ ਸੁਣ ਕੇ ਸਿੱਖ ਕਹਿਣ ਲੱਗਾ ਵੀ ਗੁਰੂ ਜੀ ਜਿਹੜੀ ਉਪਾਦਾਨ ਦੀ ਰੀਤੀ ਆ ਕਹਿਣਾ ਕੀਤੀ ਉਹ ਮੈਂ ਸਮਝ ਲਈ ਆ, ਬੜੇ ਵਿਸਥਾਰ ਨਾਲ ਤੁਸੀਂ ਦੱਸ ਦਿੱਤਾ। ਹੁਣ ਇਹ ਦੱਸੋ ਵੀ ਜਿਹੜਾ ਨਿਮਿਤ ਕਾਰਨ ਆ ਉਹ ਬ੍ਰਹਮ ਵੀ ਨਿਮਿਤ ਕਾਰਨ ਜਗਤ ਦਾ ਕਿਵੇਂ ਆ? ਉਹ ਵੀ ਬੜਾ ਪ੍ਰੀਤੀ ਸਹਿਤ ਪ੍ਰੇਮ ਕਰਕੇ ਬੜੇ ਭਰੋਸੇ ਨਾਲ ਕਹਿਣਾ ਕਰੀਏ ਤਾਂ ਗੁਰੂ ਸਾਹਿਬ ਫਿਰ ਅੱਗੋਂ ਸਿੱਖ ਨੂੰ ਜਿਵੇਂ ਕਹਿਣ ਲੱਗੇ ਉਹ ਪ੍ਰਸੰਗ ਅੱਜ ਆਪਾਂ ਪੜ੍ਹੀਏ। ਸ੍ਰੀ ਗੁਰੂ ਵਾਚ ਦੋਹਰਾ ਸਾਖ ਵੇਦ ਅਰ ਸਿਮਰਤ ਕੀ। ਇਹ ਸਿੱਖ ਜੇਕਰ ਮੈਂ ਇੱਥੇ ਜਿਹੜੇ 4 ਵੇਦ ਜਾਂ ਧਰਮ ਗ੍ਰੰਥ ਗਿਆਨਮਈ ਗ੍ਰੰਥਾਂ ਅਤੇ ਸਿਮਰਤੀਆਂ ਦੀ ਸਾਖ ਕਹੀਏ ਗਵਾਈ, ਧਰੇ ਗ੍ਰੰਥ ਵੜ ਜਾਏ, ਧਰੇ ਕਹੀਏ ਰੱਖਣੀ ਕਰਾਂ। ਵੇਦਾਂ ਸਿਮਰਤੀਆਂ ਦੀ ਸਾਖ ਗਵਾਈ ਤੈਨੂੰ ਸਮਝਾਉਣ ਲਈ ਤਾਂ ਗ੍ਰੰਥ ਵੱਧ ਜਾਏ, ਤਾਂ ਗ੍ਰੰਥ ਬਹੁਤ ਵੱਧ ਜਾਏਗਾ, ਗ੍ਰੰਥ 'ਚ ਬੜਾ ਵਾਧਾ ਹੋ ਜਾਏਗਾ, ਵਿਸਥਾਰ ਬੜਾ ਹੋ ਜਾਏਗਾ। ਤਾਂ ਤੇ ਉਪਮਾ ਜੁਗਤ ਸੋਂ, ਤਾਂ ਤੇ ਕਹੀਏ ਇਸੇ ਕਰਕੇ, ਤਾਂ ਤੇ ਕਹੀਏ ਇਸ ਤੇ ਕਹੀਏ ਕਰਕੇ। ਇਸ ਕਰਕੇ ਹੀ ਜਿਹੜੀ ਉਪਮਾ ਨਾ ਵਡਿਆਈ ਆ ਉਸ ਬ੍ਰਹਮ ਦੀ ਨਿਮਿਤ ਕਾਰਨ ਦੇ ਦੁਆਰਾ ਤੈਨੂੰ ਜਿਹੜੀ ਜੁਗਤੀਆਂ ਨਾਲ ਦਲੀਲਾਂ ਦੇ ਨਾਲ ਤੈਨੂੰ ਪ੍ਰਮਾਣ ਦੇ ਕੇ ਨਾ ਜੁਗਤੀਆਂ ਦੇ ਨਾਲ ਜਿਹਦੇ ਨਾਲ ਸਿੱਧ ਹੋ ਸਕੇ ਉਸ ਨਾਲ ਜੁਗਤ ਸੌਂ ਕਹੀਏ ਜੁਗਤੀਆਂ ਨਾਲ ਜਿਹੜੀ ਆ ਇਹ ਉਪਮਾ ਵਡਿਆਈ ਹੈ ਬੜੀ ਡੂੰਘੀ। ਪ੍ਰਗਟ ਦੇਤ ਸਮਝਾਏ। ਬੜੇ ਜੁਗਤ ਸੌਂਪ ਗਏ ਪ੍ਰਮਾਣਾ ਸਹਿਤ, ਥੋੜੇ ਮਾਤਰ ਹੀ ਆ ਵਿਸਥਾਰ ਨਹੀਂ ਕਰੂੰਗਾ ਬਹੁਤਾ। ਪ੍ਰਗਟ ਹੀ ਪ੍ਰਤਾਖੀ ਸਮਝਾ ਦੇਤ ਕਹੀਏ ਦਿੰਦਾ ਹਾਂ, ਸਮਝਾਉਣਾ ਸੁਣ। ਕਬਿਤ ਜੈਸੇ ਘਟ ਕਾਰਿय ਕੇ ਕਾਰਨ ਕਹਿਤ ਦਉ, ਜੈਸੇ ਕਹੀਏ ਜਿਸ ਪ੍ਰਕਾਰ ਘਟ ਕਹੀਏ ਘੜਾ, ਘੜਾ ਰੂਪੀ ਜਿਹੜਾ ਕਾਰਜ ਹੈ, ਇੱਕ ਕਾਰਨ ਹੁੰਦਾ ਇੱਕ ਕਾਰਜ ਹੁੰਦਾ ਤੇ ਘੜਾ ਕਾਰਜ ਆ, ਭਾਵ ਘੜਾ ਬਣਿਆ ਮਿੱਟੀ ਦੇ, ਇਸ ਕਰਕੇ ਕਾਰਜ ਆ। ਸੰਸਾਰ ਵੀ ਕਾਰਜ ਆ, ਬ੍ਰਹਮ ਕੀ ਆ ਕਾਰਨ ਆ। ਮਾਇਆ ਕਾਰਨ ਆ, ਸੰਸਾਰ ਕਾਰਜ ਆ। ਮਾਇਆ ਕਾਰਜ ਆ, ਬ੍ਰਹਮ ਕਾਰਨ ਆ।
ਸੋ ਰਹੋ ਵਿਚਾਰ। ਜਿਸ ਤਰ੍ਹਾਂ ਘੜੇ ਰੂਪੀ ਕਾਰਜ ਦੇ ਜਿਹੜੇ ਹੈ ਨਾ ਵਿਦਵਾਨ ਜਨ ਕਾਰਨ ਕਹਿਤ ਦੋ ਕਾਰਨ ਕਹਿੰਦੇ ਆ। ਉਹ ਕਿਹੜੇ ਕਾਰਨ ਅੱਗੇ ਤੈਨੂੰ ਦੱਸਦੇ ਆ। ਉਪਾਦਾਨ ਮਾਟੀ ਔਰ ਨਿਮਿਤ ਸੋ ਕੁਮਹਾਰ ਹੈ। ਦੋ ਕਾਰਨ ਕਹਿੰਦੇ ਆ ਘੜੇ ਰੂਪੀ ਕਾਰਜ ਦੇ, ਇੱਕ ਉਪਾਦਾਨ ਕਾਰਨ, ਇੱਕ ਨਿਮਿਤ ਕਾਰਨ। ਤੇ ਘੜੇ ਦਾ ਉਪਾਦਾਨ ਕਾਰਨ ਕੀ ਆ, ਜਿਹੜਾ ਕਾਰਨ ਕਾਰਜ ਵਿੱਚ ਬਦਲਿਆ ਉਹ ਹੈ ਮਾਟੀ, ਕਹੀਏ ਮਿੱਟੀ। ਘੜੇ ਦਾ ਭਾਵ ਉਪਾਦਾਨ ਕਾਰਨ ਮਿੱਟੀ ਆ ਤੇ ਘੜਾ ਵੀ ਮਿੱਟੀ ਆ, ਇਸ ਕਰਕੇ ਇਹਦੇ ਵਿੱਚ ਕੋਈ ਫਰਕ ਨਹੀਂ ਹੈ। ਉਹ ਕਹੀਏ ਅਤੇ ਨਿਮਿਤ ਸੋ ਕੁਮਹਾਰ ਹੈ। ਤੇ ਪਰ ਦੂਸਰਾ ਕਾਰਨ ਕੀ ਆ, ਨਿਮਿਤ ਕਾਰਨ। ਉਹ ਨਿਮਿਤ ਕਾਰਨ ਕੀ ਆ, ਘੁਮਿਆਰ। ਘੁਮਿਆਰ ਦਾ ਚੱਕ ਜਿਹੜਾ ਡੰਡਾ ਵਿੱਚ ਲਾਉਂਦਾ ਘੜਾ ਬਣਾਉਣ ਲੱਗਿਆ ਹੈ। ਫਿਰ ਜਿਹੜਾ ਪਾਣੀ ਲਾਉਂਦਾ ਮਿੱਟੀ ਨੂੰ, ਇਸ ਤਰ੍ਹਾਂ ਇਹ ਚੀਜ਼ਾਂ ਦੀ ਵਰਤੋਂ ਹੋਈ। ਘੁਮਿਆਰ ਨੇ ਬਣਾਇਆ ਚੱਕ, ਡੰਡਾ, ਪਾਣੀ ਆਦਿ ਦੇ ਨਾਲ। ਇਹ ਨਿਮਿਤ ਕਾਰਨ ਹੈ। ਸੋ ਵੇਖੋ ਜਿਹੜਾ ਹੈ ਮਿੱਟੀ ਉਪਾਦਾਨ ਕਾਰਨ, ਜੋ ਕਾਰਜ ਵਿੱਚ ਬਦਲ ਜਾਵੇ ਉਹਨੂੰ ਉਪਾਦਾਨ ਕਹਿੰਦੇ ਆ। ਹੁਣ ਮਿੱਟੀ ਕਾਰਜ ਵਿੱਚ ਬਦਲ ਕੇ ਬਣ ਗਈ ਘੜਾ, ਇਸ ਕਰਕੇ ਮਿੱਟੀ ਦਾ ਉਪਾਦਾਨ ਕਾਰਨ, ਜਿਹੜਾ ਘੜੇ ਦਾ ਉਪਾਦਾਨ ਕਾਰਨ ਮਿੱਟੀ, ਤੇ ਨਿਮਿਤ ਕਾਰਨ ਭਾਵ ਬਣਾਉਣ ਵਾਲਾ ਕੌਣ, ਘੁਮਿਆਰ। ਇਸ ਤਰ੍ਹਾਂ ਕੌਣ ਅੱਡ ਅੱਡ ਹੋ ਗਏ ਨਾ। ਤੈਨੂੰ ਜਿਵੇਂ ਕਿਹਾ ਨਾ ਵੀ ਬ੍ਰਹਮ ਤੇ ਸੰਸਾਰ ਦਾ ਦੋਵੇਂ ਤਰੀਕਿਆਂ ਨਾਲ ਹੀ ਤੂੰ ਮੰਨ ਲਾ, ਪਿੱਛੇ ਆਇਆ ਸੀ ਨਾ। ਤੇ ਜਿਹੜਾ ਬ੍ਰਹਮ ਆ ਨਾ ਉਹਨੂੰ ਤੇ ਤੂੰ ਕਾਰਨ ਦੇ ਕਾਰਜ, ਕਾਰਨ ਤੋਂ ਦੋਏ ਭਾਂਤ ਕੋ ਉਪਾਦਾਨ ਨਿਮਿਤ ਹੈ। ਤੇ ਗੁਰੂ ਨੇ ਕਿਹਾ ਸੀ ਵੀ ਕਾਰਨ ਇੱਕ ਬ੍ਰਹਮ ਹੈ, ਦੋ ਭਾਂਤ ਸੋ ਮਾਨ। ਦੋਵੇਂ ਪ੍ਰਕਾਰ ਦਾ ਜਿਹੜਾ ਹੈਗਾ ਨਾ ਕਾਰਨ, ਉਪਾਦਾਨ ਤੇ ਨਿਮਿਤ, ਉਹ ਕਹਿੰਦੇ ਤੂੰ ਇਕੱਲਾ ਬ੍ਰਹਮ ਨੂੰ ਹੀ ਮੰਨ ਲਾ ਸੰਸਾਰ ਦਾ। ਪਿੱਛੇ ਗਿਆ ਸੀ ਨਾ, ਹੁਣ ਉਹਦੇ ਬਾਰੇ ਖੁਰ ਲੱਗੇ ਉਪਾਦਾਨ ਦੀ ਦੱਸ ਦਿੱਤਾ ਵਾ, ਤੇ ਜਿਹੜਾ ਨਿਮਿਤ ਕਾਰਨ ਦੱਸ ਲੱਗੇ ਵੀ ਘੜੇ ਦੇ ਤੇ ਦੋ ਕਾਰਨ ਵਿਦਵਾਨ ਕਹਿੰਦੇ। ਇੱਕ ਉਪਾਦਾਨ ਕਾਰਨ ਕੀ ਮਿੱਟੀ, ਤੇ ਨਿਮਿਤ ਕਾਰਨ ਭਾਵ ਬਣਾਉਣ ਵਾਲਾ ਘੁਮਿਆਰ ਆ, ਚੱਕ, ਡੰਡੇ, ਪਾਣੀ ਦੀ ਮਿਹਨਤ ਆ। ਤੈਸੇ ਪੰਜ ਤੱਤਵ ਗੁਣ ਤੀਨ ਤੇ ਜਗਤ ਭਇਓ। ਤੈਸੇ ਕਹੀਏ ਤੈਸੇ ਪ੍ਰਕਾਰ ਹੀ। ਪੰਜ ਤੱਤ ਕਿਹੜੇ ਆ, ਸੂਖਮ ਲਾ ਲਓ ਪਹਿਲਾਂ ਇਹ ਗ੍ਰੰਥ ਮੁਤਾਬਕ। ਪੰਜ ਤੱਤ ਤੇ ਗੁਣ ਤਿੰਨ ਗੁਣ ਤੋਂ ਜਗਤ ਪੈਦਾ। ਜਗਤ ਕੀ ਹੈ, ਸੰਸਾਰ ਰੂਪੀ ਕਾਰਜ ਭਇਓ ਪੈਦਾ ਹੋਇਆ ਹੈ। ਭਾਵ ਜਿਹੜੇ ਬ੍ਰਹਮ ਨੂੰ ਇੱਛਾ ਹੋਈ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਉਹ ਇੱਛਾ ਨਾਮ ਮਾਇਆ ਦਾ। ਤਿੰਨ ਗੁਣ ਕਹਿ ਲਓ, ਮਾਇਆ ਕਹਿ ਲਓ, ਅਭਿਆਕ੍ਰਿਤ ਕਹਿ ਲਓ, ਇੱਕੋ ਹੀ ਗੱਲ ਆ ਉਂਝ ਗ੍ਰੰਥਾਂ ਵਿੱਚ। ਇਹ ਉਂਝ ਹੀ ਉਲਝਣ ਵਿੱਚ ਪੈ ਜਾਂਦਾ ਬੰਦਾ। ਤਿੰਨ ਗੁਣ ਵੱਖਰੇ ਮੰਨ ਲੈਂਦਾ, ਮਾਇਆ ਅਭਿਆਕ੍ਰਿਤ ਵੱਖਰੀ। ਪਰ ਅਸਲ ਵਿੱਚ ਇਹ ਗ੍ਰੰਥ ਦੀ ਟੂਕ 'ਚ ਵੀ ਵਿਚਾਰ ਚੰਦਰ ਉਹਦੇ 'ਚ ਵੀ ਸਿੱਧ ਕੀਤਾ ਵੀ ਤਿੰਨ ਗੁਣ ਮਾਇਆ ਅਭਿਆਕ੍ਰਿਤ ਇੱਕ ਹੀ ਸੁਮੇਲ ਆ, ਇੱਕੋ ਹੀ ਮਾਇਆ ਦਾ ਨਾਮ ਆ ਹੈ। ਮਤਲਬ ਮਾਇਆ ਤੋਂ ਤੇ ਪੰਜ ਤੱਤਾਂ ਤੋਂ। ਮਾਇਆ ਤੋਂ ਕੀ ਪੈਦਾ ਹੋਏ, ਪੰਜ ਤੱਤ। ਹਾਂਜੀ, ਤੇ ਪੰਜਾਂ ਤੱਤਾਂ ਤੋਂ ਕੀ ਸੰਸਾਰ ਪੈਦਾ ਹੋਇਆ, ਆਕਾਸ਼, ਹਵਾ, ਅੱਗ, ਪਾਣੀ ਤੇ ਧਰਤੀ। ਇਸੇ ਤਰ੍ਹਾਂ ਗ੍ਰੰਥ ਮੁਤਾਬਕ ਤੈਸੇ ਕਹੀਏ ਇਸੇ ਪ੍ਰਕਾਰ ਹੀ ਸਿੱਖ ਜਿਹੜਾ ਹੈ ਤਿੰਨ ਗੁਣਾਂ ਵਾਲੀ, ਉਸ ਬ੍ਰਹਮ ਤੋਂ ਕੀ ਹੋਇਆ, ਇੱਛਾ ਰੂਪ ਮਾਇਆ ਪੈਦਾ ਹੋਈ। ਮਾਇਆ ਤੋਂ ਕਿ ਤਿੰਨ ਗੁਣ ਹੋਏ। ਹਾਂਜੀ, ਕਲਪਤ ਦਾਤਮਕ ਸੰਬੰਧ ਜਦੋਂ ਬਣਿਆ ਬ੍ਰਹਮ ਨਾਲ, ਪ੍ਰਤੀਬਿੰਬ ਜਦੋਂ ਪਰਛਾਵਾਂ ਬ੍ਰਹਮ ਦਾ ਮਾਇਆ ਦੇ ਪਿਆ, ਮਾਇਆ ਚੇਤਨਤਾ 'ਚ ਆ ਗਈ, ਉਹਦਾ ਸੰਬੰਧ ਹੋ ਗਿਆ ਬ੍ਰਹਮ ਨਾਲ। ਕਲਪਤ ਦਾਤਮਿਕ ਭਾਵ ਜਿਹੜਾ ਝੂਠਾ ਸੰਬੰਧ, ਉਹ ਤੋਂ ਤਿੰਨ ਗੁਣ ਪੈਦਾ ਹੋ ਗਏ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਤੇ ਉਹ ਤਿੰਨ ਗੁਣਾਂ ਤੋਂ ਹੀ ਇੱਦਾਂ ਮੰਨਦੇ ਲੋਕ ਵੀ ਸਤੋ ਗੁਣੀ ਵਿਸ਼ਨੂੰ ਜੀ, ਰਜੋ ਗੁਣੀ ਬ੍ਰਹਮਾ, ਤਮੋ ਗੁਣੀ ਸ਼ਿਵ ਜੀ। ਪਰ ਇਹ ਨਹੀਂ ਵੀ ਇਹ ਤਿੰਨ ਪੈਦਾ ਹੋਏ ਆ, ਮਤਲਬ ਇਹ ਤਿੰਨ, ਇਹਨਾਂ ਵਿੱਚ ਇਹ ਗੁਣਾਂ ਦੀ ਬਹੁਲਤਾ ਵਾ। ਠੀਕ ਹੈ, ਤੇ ਕਿਉਂਕਿ ਇਹ ਤਿੰਨ ਸਰੀਰ ਵੀ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਆ।
ठीक है जी। इस पक्ष ਨਾਲ ਕਿਹਾ ਜਾਂਦਾ ਵੀ ਉਹ ਰਜੋਗੁਣੀ ਸਤੋਗੁਣੀ ਤਮੋਗੁਣੀ शिव जी पैदा ਹੋਏ। मतलब ਤੁਸੀਂ ਤਿੰਨ ਗੁਣ ਲੈਣੇ, ਤਿੰਨ ਗੁਣ ਇਹ ਸਾਰਿਆਂ ਵਿੱਚ ਹੀ ਹੈ। ਤਿੰਨ ਗੁਣ ਪੈਦਾ ਹੋਏ, ਰਜੋਗੁਣੀ ਤਮੋਗੁਣੀ ਸਤੋਗੁਣੀ। ਫਿਰ ਤਿੰਨ ਗੁਣਾਂ ਤੋਂ ਜਿਹੜੇ ਆ ਕੀ ਹੋਇਆ, ਪੰਜ ਤੱਤ ਸੂਖਮ ਰੂਪ ਵਿੱਚ ਸ਼ਬਦ ਸਪਰਸ਼ ਰੂਪ ਰਸ ਗੰਧ, ਤੇ ਉਸ ਤੋਂ ਹੀ ਸੂਖਮ ਦੇਹਾਂ ਬਣੀਆਂ, ਉਤੋਂ ਈਸ਼ਵਰ ਦੀ ਸੂਖਮ ਦੇਹ ਬਣੀ। ਪਹਿਲੀ ਇਹਦੀ ਮਾਇਆ, ਬ੍ਰਹਮ ਤੋਂ ਮਾਇਆ ਸਬਲ ਹੋਇਆ, ਜੋ ਬਿੰਬ ਪ੍ਰਤੀਬਿੰਬ ਮਾਇਆ ਸਬਲ ਹੋਇਆ ਉਹ ਈਸ਼ਵਰ ਕਹਾ ਲਿਆ। ਹਾਂਜੀ, ਉਹ ਈਸ਼ਵਰ ਤੋਂ, ਈਸ਼ਵਰ ਦਾ ਕਾਰਨ ਸਰੀਰ ਮਾਇਆ ਹੋ ਗਈ। ਫਿਰ ਮਾਇਆ ਤੋਂ ਬਾਅਦ ਪੰਜ ਤੱਤ, ਮਾਇਆ ਤੋਂ ਪੰਜ ਪੈਦਾ ਹੋਏ ਸੂਖਮ ਤੱਤ ਸ਼ਬਦ ਸਪਰਸ਼ ਰੂਪ ਰਸ ਗੰਧ, ਉਹਦੇ ਤੋਂ ਈਸ਼ਵਰ ਦੀ ਦੇਹ ਬਣੀ ਹਿਰਨੇ ਗਰਭ, ਉਹਦੇ ਤੋਂ ਜੀਵਾਂ ਦੀਆਂ ਸਾਰੀਆਂ ਦੇਹਾਂ ਬਣੀਆਂ, ਪੰਜ ਕਰਮ ਇੰਦਰੀ, ਪੰਜ ਗਿਆਨ ਇੰਦਰੀ, ਪ੍ਰਾਣ ਮਨ ਬੁੱਧ। ਇਹ ਗ੍ਰੰਥ ਵਿੱਚ ਇਵੇਂ ਹੀ ਆਇਆ ਹੈ। ਹਾਂਜੀ, ਤੇ ਸੌਖਾ ਉਹ ਫਿਰ ਸੂਖਮ ਤੱਤ ਹੋਏ। ਸੂਖਮ ਤੱਤਾਂ ਤੋਂ ਗਾਂ ਪੰਜ ਤੱਤ ਮਹਾਭੂਤ ਹੋਏ। ਪੰਜ ਤੱਤ ਕਿਹੜੇ? ਆਕਾਸ਼, ਹਵਾ, ਅੱਗ, ਪਾਣੀ, ਧਰਤੀ। ਉਹ ਤੋਂ ਹੀ ਸਾਰਾ ਬ੍ਰਹਿਮੰਡ ਬਣਿਆ ਹੈ। ਹਾਂਜੀ, ਇਸ ਤਰ੍ਹਾਂ ਸਮਝ ਲਾਉਣਾ। ਤੈਸੇ ਪੰਜ ਤੱਤਵ ਗੁਣ ਤੀਨ ਤੇ ਜਗਤ ਪਾਇਓ। ਸਿੱਧਾ ਜਾ ਕਿ ਉਸ ਬ੍ਰਹਮ ਜਿਹੜਾ ਹੈ ਉਹ ਤੋਂ ਮਾਇਆ ਪੈਦਾ ਹੋਈ, ਮਾਇਆ ਤੋਂ ਤਿੰਨ ਗੁਣ ਪੈਦਾ ਹੋਏ, ਤਿੰਨਾਂ ਗੁਣਾਂ ਤੋਂ ਪੰਜ ਤੱਤ ਹੋਏ, ਤੇ ਪੰਜ ਤੱਤ ਕੋ ਤਨ ਰਚਿਓ। ਪੰਜ ਤੱਤਾਂ ਦੇ ਸਰੀਰ ਰਚੇ ਗਏ ਤੇ ਜਗਤ ਪਾਇਓ ਪੈਦਾ ਹੋਇਆ। ਆਪਨ ਹੀ ਜੀ ਈਸ ਆਪ ਕਰਤਾਰ ਹੈ, ਤੇ ਉਹ ਆਪ ਹੀ, ਉਹ ਬ੍ਰਹਮ ਆਪ ਹੀ ਜੀਵ ਰੂਪ ਤੇ ਈਸ਼ ਰੂਪ ਤੇ ਕਰਤਾਰ ਰੂਪ ਹੈ। ਕਿਵੇਂ? ਜਦੋਂ ਮਾਇਆ ਹੋਈ, ਮਾਇਆ ਤੋਂ ਤਿੰਨ ਗੁਣ ਪੈਦਾ ਹੋਏ, ਤੇ ਜਿਸ ਵਿੱਚ ਤਿੰਨ ਗੁਣਾਂ ਦੀ ਦੋ ਥਾਂ ਤੇ ਵੰਡ ਹੋਈ। ਇੱਕ ਪਾਸੇ ਰਜੋ ਤੇ ਤਮੋ ਗੁਣ ਰਹਿ ਗਿਆ, ਇੱਕ ਪਾਸੇ ਸਤੋ ਗੁਣ ਰਹਿ ਗਿਆ, ਸ਼ੁੱਧ ਸਤੋ ਗੁਣ। ਉੱਥੇ ਐਵੇਂ ਹੋਇਆ, ਮਾਇਆ ਦੇ ਵਿੱਚ ਪ੍ਰਤੀਬਿੰਬ ਪਿਆ ਬ੍ਰਹਮ ਦਾ, ਦੋ ਹੋ ਗਏ। ਵਿੱਚ ਸਤੋ ਗੁਣ ਦੀ ਬੋਲਤਾ ਜਿਹ ਉਹਦਾ ਨਾਮ ਈਸ਼ ਹੋ ਗਿਆ, ਤੇ ਉਹ ਬ੍ਰਹਮੀ ਹੈ ਨਾ ਈਸ਼। ਜਿਵੇਂ ਈਸ਼ ਜੀਵ ਈਸ਼ ਇੱਕ ਰੂਪ ਹੋਇਆ, ਤੇ ਕਲਪਤ ਆ ਅਸਲ ਵਿੱਚ ਜੀਵ ਈਸ਼ ਕਲਪਤ ਆ। ਸੱਚ ਪੁੱਛੋ ਤੇ, ਕਿਉਂਕਿ ਜਿਹੜਾ ਸੰਬੰਧੀ ਕਲਪਤ ਦਾ ਆਤਮਿਕ ਆ, ਮਾਇਆ ਹੀ ਇੱਕ ਕਲਪਤ ਹੈ, ਤੇ ਮਾਇਆ ਤੋਂ ਸਾਰਾ ਜਗਤ ਪੈਦਾ ਇਸੇ ਤਰ੍ਹਾਂ ਕਲਪਤ ਹੀ ਹੈ ਨਾ। ਤੇ ਪ੍ਰਤੀਬਿੰਬ ਰੂਪ ਹੋਣੇ ਕਰਕੇ ਪਰਮੇਸ਼ਰ ਦਾ ਰੂਪ ਬ੍ਰਹਮ ਦਾ ਹੀ ਰੂਪ ਆ। ਭਾਵ ਬ੍ਰਹਮ ਦਾ ਪ੍ਰਤੀਬਿੰਬ ਮਾਇਆ ਦੋ ਵਿੱਚ ਸ਼ੁੱਧ ਸਤੋ ਗੁਣ ਮਿਲ ਗਿਆ, ਤੇ ਕੀ ਬਣ ਗਿਆ? ਉਹਦਾ ਨਾਂ ਉਹ ਈਸ਼ ਕਹਾਇਆ। ਤੇ ਉਹ ਪ੍ਰਤੀਬਿੰਬ ਲੈਣਾ ਕੱਲਾ, ਮਾਇਆ ਦੀ ਉਪਾਧੀ ਹਟਾ ਦੋ, ਸ਼ੁੱਧ ਸਤ ਮਾਇਆ ਤੋਂ ਪੈਦਾ ਹੋਇਆ ਸ਼ੁੱਧ ਸਤੋ ਗੁਣ ਹਟਾ ਦੋ, ਰਹਿ ਪਿੱਛੇ ਕੀ ਗਿਆ? ਪ੍ਰਤੀਬਿੰਬ। ਤੇ ਮਾਇਆ ਦੀ ਉਪਾਧੀ ਹਟ ਗਈ, ਤੇ ਪ੍ਰਤੀਬਿੰਬ ਜਾ ਕੇ ਕਿੱਥੇ ਮਿਲਣਾ? ਬ੍ਰਹਮ ਵਿੱਚ। ਇਸ ਕਰਕੇ ਉਹ ਬ੍ਰਾਹਮੀ ਹੋ ਗਿਆ, ਬ੍ਰਾਹਮੀ ਈਸ਼ ਕਹਾਇਆ, ਤੇ ਬ੍ਰਾਹਮੀ ਜੀਵ ਕਹਾਇਆ। ਜੀਵ ਰੂਪ ਉਹ ਕੀ ਹੈ? ਜਿਹਦੇ ਵਿੱਚ, ਜਿਸ ਮਾਇਆ ਦੇ ਵਿੱਚ ਰਜੋ ਤੇ ਤਮੋ ਗੁਣ ਦੀ ਬਹੁਲਤਾ। ਹਾਂਜੀ, ਤਿੰਨ ਗੁਣਾਂ ਦੋ ਹੀ ਸਰੀ ਕੀਤਾ ਨਾ, ਰਜੋ ਤੇ ਤਮੋ ਗੁਣ, ਮਾਇਆ ਤੇ ਪ੍ਰਤੀਬਿੰਬ ਬ੍ਰਹਮ ਦਾ। ਇਹ ਤਿੰਨੇ ਮਿਲ ਕੇ ਹੋ ਗਿਆ ਜੀਵ, ਤੇ ਉਹ ਬ੍ਰਾਹਮੀ ਜੀਵ ਕਹਾਇਆ। ਕਿਵੇਂ? ਮਾਇਆ ਦੀ ਉਪਾਧੀ ਹਟਾ ਦੋ, ਰਜੋ ਤਮੋ ਗੁਣ ਰਹਿਣੇ ਨਹੀਂ, ਤੇ ਮਗਰ ਜਾ ਕੇ ਪ੍ਰਤੀਬਿੰਬ, ਤੇ ਮਾਇਆ ਦੀ ਉਪਾਧੀ ਹਟ ਗਈ, ਕਿਉਂਕਿ ਉਹ 'ਚ ਬ੍ਰਹਮ ਬ੍ਰਹਮ ਦਾ ਪੈ ਰਿਹਾ। ਉਹ ਪ੍ਰਤੀਬਿੰਬ ਰਹਿਣਾ ਕੋਈ ਨਹੀਂ, ਪ੍ਰਤੀਬਿੰਬ ਜਾ ਕਿੱਥੇ ਮਿਲ ਜਾਣਾ? ਸਰੂਪ ਦੇ ਵਿੱਚ ਹੀ, ਤੇ ਉਹ ਕੀ ਹੋ ਗਿਆ? ਬ੍ਰਹਮ। ਇਸ ਤਰ੍ਹਾਂ ਬ੍ਰਾਹਮੀ ਜੀਵ ਰੂਪ ਕਹਾਇਆ। ਆਪ ਹੀ ਕਰਤਾਰ ਰੂਪ ਹੈ, ਆ ਵੀ ਪਰਮੇਸ਼ਰ ਰੂਪ ਹੈ। ਕਿ ਕਰਤਾਰ ਰੂਪ ਕਿਵੇਂ ਹੈ? ਭਾਵ ਜਦੋਂ ਜੀਵ ਤੇ ਈਸ਼ ਪੈਦਾ ਕਰ ਦਿੱਤੇ, ਰੋਜੀ ਰੋਟੀ ਦਿੰਦਾ ਹੈ ਨਾ, ਤੇ ਰੋਜੀ ਰੂਪੀ ਜਿਹਦੇ ਹੱਥ ਵਿੱਚ ਤਾਰ ਆ, ਉਹ ਕਰਤਾਰ ਰੂਪ ਹੋ ਗਿਆ। ਨਾ ਇਹ ਕਿਰਤਮ ਨਾਮ ਆ, ਪਰਮੇਸ਼ਰ ਦਾ ਕੋਈ ਪੱਕਾ ਨਾਮ ਨਹੀਂ ਹੈ। ਹੱਥਾਂ ਵਿੱਚ ਕਰ ਗਈ, ਹੱਥਾਂ ਵਿੱਚ ਰੋਜੀ ਰੂਪੀ ਤਾਰ ਹੋਣੇ ਕਰਕੇ ਕਰਤਾਰ ਨਾਮ ਪੈ ਗਿਆ ਆਪ ਹੀ। ਫਿਰ ਸਵਾਸਾਂ ਰੂਪੀ ਜਿਹੜੀ ਤਾਰ ਆ, ਉਹ ਹੱਥਾਂ ਵਿੱਚ ਹੋਣੇ ਕਰਕੇ ਕਰਤਾਰ ਨਾਮ ਪੈ ਗਿਆ।
आप ही जीव ईश आप ही करतार रूप है। इस तरह कहाया, जीव ईश करके करतार रूप कहाया वा। जे जीव ईश पैदा ना करदा, ना ਇਹ ਜੀਵ ਹੁੰਦੇ, ਨਾ ਰੋਜੀ ਕਿਸੇ ਨੂੰ ਦੇਣ ਦੀ ਲੋੜ ਸੀ, ਫਿਰ ਕਰਤਾਰ ਨਾਮ ਨਹੀਂ ਸੀ ਪੈਣਾ, ਤੇ ਨਾ ਹੀ ਕਰਤਾਰ ਜਿਹੜਾ ਹੈ ਵੀ ਕਾਰ ਨਾਮ ਨਾ ਸਵਾਸਾ ਰੂਪੀ ਤਾਰ ਦੇਣ ਦੀ ਲੋੜ ਸੀ, ਤੇ ਕਰਤਾਰ ਨਾਮ ਨਹੀਂ ਸੀ ਪੈਣਾ, ਤੇ ਨਾ ਹੀ ਉਹ ਫਿਰ ਕਰਤਾ ਇਹ ਮਾਇਆ ਸਬਲ ਹੋ ਗਿਆ, ਜਿਹੜਾ ਕਰਤਾ ਰੂਪ ਹੋਇਆ ਤਾਂ ਕਰਤਾਰ ਨਾਮ ਪੈ ਵੀ ਨਹੀਂ ਸੀ ਪੈਣਾ। ਇਸ ਤਰ੍ਹਾਂ ਜੀਵ ਈਸ਼ ਆਪ ਹੀ ਕਰਤਾਰ ਰੂਪ ਹੈ। ਭਾਵ ਇੰਝ ਹੀ ਲਾ ਲਓ, ਜਿਵੇਂ ਮਿੱਟੀ ਹੀ ਜਿਹੜੀ ਹੈ ਉਹ ਤੋਂ ਬਣਿਆ ਘੜਾ, ਮਿੱਟੀ ਨੇ ਘੜਾ ਰੂਪ ਹੋ ਕੇ ਘੜਾ ਨਾਮ ਕਹਾ ਲਿਆ, ਮਿੱਟੀ ਬਰਤਨ ਰੂਪ ਹੋ ਕੇ ਬਰਤਨ ਨਾਮ ਕਹਾ ਲੈਂਦੀ। ਇਸੇ ਤਰ੍ਹਾਂ ਹੀ ਬ੍ਰਹਮ ਜਿਹੜਾ ਮਾਇਆ ਸਬਲ ਹੋ ਕੇ ਤੇ ਈਸ਼ ਸ਼ੁੱਧ ਸਤੋਗੁਣ ਦੇ ਸਹਿਤ ਹੋ ਕੇ ਰਜੋ ਤੇ ਤਮੋ ਗੁਣ ਦੇ ਸਹਿਤ ਹੋ ਕੇ ਉਹੀ ਬ੍ਰਹਮ ਜੀਵ ਕਹਾ ਰਿਹਾ ਹੈ, ਮਾਇਆ ਸਹਿਤ ਹੋ ਕੇ। ਹਾਂਜੀ, ਤੇ ਇਹ ਵਿੱਚ ਗੁਜਰੀ ਭੇਦ ਆ। ਜਦੋਂ ਵਿਅਸ਼ਟੀ ਉਪਾਧੀ ਨਾਲ ਭਾਵੇਂ ਇੱਕ ਜੀਵ ਤੋਂ ਲੈਣਾ, ਉਦੋਂ ਅਵਿਦਿਆ ਸਮਝ ਲਓ, ਅਵਿਦਿਆ ਵਿੱਚ ਤੇ ਪ੍ਰਤੀਬਿੰਬ ਤੇ ਰਜੋ ਤਮੋ ਗੁਣ ਦੀ ਬੋਲਦਾ ਕਰਕੇ ਉਹਦਾ ਨਾਮ ਜੀਵ ਹੈ। ਤੇ ਜਦੋਂ ਸਮਸ਼ਟੀ ਉਪਾਧੀ ਨਾਲ, ਉਦੋਂ ਮਾਇਆ ਰਜੋ ਤਮੋ ਗੁਣ ਤੇ ਪ੍ਰਤੀਬਿੰਬ ਦੇ ਸਹਿਤ ਸਮਸ਼ਟੀ ਉਪਾਧੀ ਨਾਲ ਕੀ ਹੋਊਗਾ, ਸਮਸ਼ਟੀ ਜੀਵ ਹੋ ਜਾਣਗੇ। ਤੇ ਉਹ ਇਸ ਤਰ੍ਹਾਂ ਜੀਵ ਤੇ ਈਸ਼ ਉਹ ਕਹਾ ਰਿਹਾ। ਭਾਵ ਜਿੱਦਾਂ ਸੋਨਾ ਹੁੰਦਾ ਨਾ, ਤੇ ਸੋਨੇ ਤੋਂ ਬਣੀ ਵਾਲੀਆਂ, ਕੋਈ ਵਾਲੀਆਂ ਕਹਾਉਂਦਾ, ਕੋਈ ਕੈਂਠਾ, ਕੋਈ ਹਾਰ, ਤੇ ਕਈ ਕੁਝ ਕਹਾਉਂਦਾ, ਹੈ ਤੇ ਉਹ ਸੋਨਾ ਹੀ। ਇਸੇ ਤਰ੍ਹਾਂ ਬ੍ਰਹਮੀ ਜਦੋਂ ਮਾਇਆ ਦੇ ਸਹਿਤ ਹੋਇਆ, ਤਿੰਨ ਗੁਣਾ ਤੇ ਪੰਜਾਂ ਤੱਤਾਂ ਦੇ ਜਿਹੜੀ ਰਚਨਾ ਹੋਈ ਹੈ, ਤੇ ਫਿਰ ਉਹ ਰਜੋ ਤਮੋ ਗੁਣ ਦੇ ਸਹਿਤ ਜੀਵ ਕਹਾ ਰਿਹਾ ਹੈ ਬ੍ਰਾਹਮੀ, ਤੇ ਆਪ ਹੀ ਉਹ ਈਸ਼ ਕਹਾ ਰਿਹਾ ਹੈ ਸਤੋ ਗੁਣ ਦੇ ਸਹਿਤ ਹੋ ਕੇ, ਆਪ ਹੀ ਉਹ ਤੇ ਕਰਤਾਰ ਰੂਪ ਕਹਾ ਰਿਹਾ ਹੈ। ਬੜੇ ਪ੍ਰਮਾਣ ਮਿਲ ਜਾਂਦੇ ਆ, ਸੋ ਰੋ ਵਿਚਾਰੇ ਇੰਨਾ ਹੀ ਬਹੁਤ ਹੈ। ਮਾਟੀ ਸੋ ਕੁਮਾਰ ਨਿਆਰੋ, ਇੱਕ ਕਹੇ ਸੋਚ ਪਾਰੋ। ਪਰ ਸੁਖਦੇਵ ਨਿਰਵਾਲੇ ਮਹਾਂਪੁਰਸ਼ ਕਹਿ ਰਹੇ ਆ, ਜਾਂ ਗੁਰੂ ਕਹਿ ਰਹੇ ਸਿੱਖ ਨੂੰ, ਸਿੱਖ ਇੱਕ ਬੜੀ ਸੋਚ ਭਾਰ, ਇੱਕ ਬੜੀ ਭਾਰੀ ਭਾਰੀ ਬਹੁਤ ਸੋਚਣ ਵਾਲੀ ਵਿਚਾਰ ਆ। ਤੇ ਇੱਕ ਵਿਦਵਾਨ ਇਹ ਗੱਲ ਕਹਿੰਦੇ, ਤੇ ਗੱਲ ਵੀ ਕਹਿੰਦੇ ਬਿਲਕੁਲ ਠੀਕ, ਕਿਉਂਕਿ ਤੈਨੂੰ ਕਿਹਾ ਵੀ ਬ੍ਰਹਮ ਦੋ ਪ੍ਰਕਾਰ ਦਾ ਕਾਰਨ ਹੈ ਸੰਸਾਰ ਦਾ, ਪਰ ਵਿਦਵਾਨ ਇਹ ਪ੍ਰਮਾਣ ਨੂੰ ਸਿੱਧ ਨਹੀਂ ਮੰਨਦੇ, ਤੇ ਵਿਦਵਾਨ ਬੜੀ ਭਾਰੀ ਸੋਚ ਕਰਦੇ। ਇੱਕ ਕਹਿੰਦੇ ਆ ਕਿ ਮਾਟੀ ਸੋ ਕੁਮਾਰ ਨਿਆਰੋ, ਕਿ ਜਿਹੜਾ ਚਲੋ ਮਿੱਟੀ ਤੋਂ ਜਿਹੜਾ ਘੜਾ ਬਣ ਗਿਆ ਤੇ ਉਹ ਉਪਾਦਾਨ ਕਾਰਨ ਹੋ ਗਿਆ, ਪਰ ਨਿਮਿਤ ਕਾਰਨ ਦੀ ਏਕਤਾ ਨਹੀਂ ਹੈ। ਕਿਉਂਕਿ ਨਿਮਿਤ ਕਾਰਨ ਹੈ ਉਹ ਘੁਮਿਆਰ, ਪਾਣੀ ਡੰਡਾ ਚੱਕ, ਤੇ ਉਹ ਘੁਮਿਆਰ ਵੱਖਰਾ। ਮਿੱਟੀ ਤੋਂ ਘੜਾ, ਪਰ ਮਿੱਟੀ ਨੇ ਹੀ ਘੜੇ ਨੂੰ ਨਹੀਂ ਬਣਾਇਆ। ਮਿੱਟੀ ਤੋਂ ਘੜਾ ਤੇ ਪਰ ਘੜੇ ਨੂੰ ਬਣਾਇਆ ਘੁਮਿਆਰ ਨੇ, ਇਸ ਕਰਕੇ ਘੁਮਿਆਰ ਨੂੰ ਵੱਖਰਾ ਕਹਿੰਦੇ ਆ। ਮਾਟੀ ਸੋਂ ਮਿੱਟੀ ਨਾਲੋਂ ਵੇਖੋ ਘੁਮਿਆਰ ਵੱਖਰਾ ਆ, ਪਰ ਨਿਮਿਤ ਕਾਰਨ ਵੱਖਰਾ ਹੋ ਜਾਂਦਾ ਹੈ। ਤਾਂ ਤੇ ਔਰ ਉਪਮਾ ਦੇ ਕਿਓ ਨਿਰਧਾਰ ਹੈ, ਤਾਂ ਤੇ ਕਹੀਏ ਇਸੇ ਕਰਕੇ ਤਿਸੇ ਕਰਕੇ, ਔਰ ਹੋਰ ਉਪਮਾ ਪ੍ਰਮਾਣ ਦੇ ਕਰਕੇ ਤੇ ਵਿਦਵਾਨਾਂ ਨੇ ਨਿਰਧਾਰ ਕਹੀਏ ਨਿਰਣਾ ਕਿਉ ਕੀਤਾ ਹੈ। ਇਹ ਨਿਰਣੇ ਨਾਲ ਕਹਿਣਾ ਕੀਤਾ ਵਾ ਵੀ ਬ੍ਰਹਮ ਕਿਵੇਂ ਨਿਮਿਤ ਤੇ ਉਪਾਦਾਨ ਕਾਰਨ ਹੈ। ਉਹਨਾਂ ਇਹ ਪ੍ਰਮਾਣ ਦਿੱਤਾ, ਜਾਰੇ ਕੇ ਨਿਮਿਤ ਉਪਾਦਾਨ ਜੈਸੇ ਮੱਕਰੀ ਹੈ। ਵੀ ਸਿੱਖ ਤੇਰਾ ਉੱਤਰ ਸਿੱਧ ਕਰ ਲਈ, ਮੈਂ ਵਿਦਵਾਨਾਂ ਦਾ ਪ੍ਰਮਾਣ ਦੇਣਾ ਸਿਮਰਤੀਆਂ ਦੇ ਰਾਹੀਂ। ਪ੍ਰਮਾਣ ਜਿਹੜਾ ਵੇਦਾਂ ਦੇ ਰਾਹੀਂ, ਜੋ ਵੇਦਾਂ ਪੁਰਾਣਾ ਵਿੱਚ ਸਿਮਰਤੀਆਂ ਵਿੱਚ ਆਉਂਦਾ, ਇਹ ਆ ਵੀ ਜਿਸ ਤਰ੍ਹਾਂ ਜਾਲੇ, ਜਿਸ ਪ੍ਰਕਾਰ ਜਾਲੇ ਦੇ ਨਿਮਿਤ ਕਹੀਏ ਵਾਸਤੇ ਉਪਾਦਾਨ ਕਾਰਨ ਮੱਕੜੀ ਹੀ ਹੈ। ਤੇ ਨਿਮਿਤ ਦਾ ਅਰਥ ਪਹਿਲਾ ਮੁੱਖ ਇਹ ਰੱਖਣਾ ਵਾ ਕਿ ਜਾਲੇ ਦੇ ਜਿਹੜਾ ਜਾਲੇ ਦੇ ਜਿਹੜਾ ਕਾਰਨ, ਨਿਮਿਤ ਕਾਰਨ ਤੇ ਉਪਾਦਾਨ ਕਾਰਨ, ਜਿਸ ਤਰ੍ਹਾਂ ਮੱਕੜੀ ਹੈ। ਮੱਕੜੀ ਕੀ ਕਰਦੀ ਆ,
ਆਪਣੇ ਸੂਖਮ ਸਰੀਰ ਤੋਂ ਜਾਲੇ ਦਾ ਉਪਾਦਾਨ ਕਾਰਨ ਆ। ਸੂਖਮ ਸਰੀਰ ਤੋਂ ਜਾਲਾ ਪੈਦਾ ਕਰਦੀ ਹੈ ਤੇ ਸਥੂਲ ਸਰੀਰ ਜਿਹੜਾ ਬਾਹਰੀ ਸਰੀਰ ਉਹਦੇ ਨਾਲ ਜਾਲੇ ਨੂੰ ਬਣਾਉਂਦੀ, ਇਸ ਕਰਕੇ ਨਿਮਿਤ ਕਾਰਨ। ਜੋ ਬਣਾਵੇ ਉਹ ਨਿਮਿਤ ਕਾਰਨ ਹੁੰਦਾ ਤੇ ਜੋ ਜਿਹੜਾ ਪੈਦਾ ਕਰੇ ਉਹ ਉਪਾਦਾਨ ਕਾਰਨ ਹੁੰਦਾ। ਇਹ ਸਮਝ ਲੈਣਾ। ਤੇ ਜਾਲੇ ਦਾ ਵੇਖੋ ਨਿਮਿਤ ਕਾਰਨ ਤੇ ਉਪਾਦਾਨ ਕਾਰਨ। ਜਿਸ ਤਰ੍ਹਾਂ ਮੱਕੜੀ ਆ, ਮੱਕੜੀ ਜਿਹੜੀ ਆ ਉਹ ਵੇਖੋ ਦੋਵੇਂ ਹੀ ਨਿਮਿਤ ਕਾਰਨ ਵੀ ਆ ਤੇ ਉਪਾਦਾਨ ਕਾਰਨ ਵੀ। ਕਿੱਡੀ ਵੱਡੀ ਖੇਡ। ਇਹ ਪ੍ਰਮਾਣ ਕਿੱਡਾ ਸੋਹਣਾ ਦਿੱਤਾ। ਤੇ ਉਹ ਐਵੇਂ ਆ ਵੀ ਮੱਕੜੀ ਜਿਹੜੀ ਆ ਨਾ ਉਹ ਜਾਲ ਤੇ ਜਿਹੜਾ ਬਣਾਉਂਦੀ ਉਹ ਇਸ ਕਰਕੇ ਬਣਾਉਂਦੀ ਆ ਕਿਉਂਕਿ ਹਰੇਕ ਬੰਦਾ, ਹਰੇਕ ਜੀਵ ਆਪਣੇ ਭੋਜਨ ਦਾ ਬੰਦੋਬਸਤ ਕਰਦਾ ਤੇ ਖੁਦ ਹੀ ਕਰਦਾ, ਕਈ ਤਰੀਕੇ ਵਰਤਦਾ। ਇਸ ਤਰ੍ਹਾਂ ਮੱਕੜੀ ਵੀ ਆਪਣੇ ਖਾਣੇ ਵਾਸਤੇ ਪਰਮੇਸ਼ਰ ਨੇ ਇਹਨੂੰ ਜਾਲਾ ਦਿੱਤਾ, ਠੀਕ, ਉਹਦੇ ਅੰਦਰ ਕਲਾ ਦਿੱਤੀ ਆ ਤੇ ਉਹ ਜਾਲੇ ਵਿੱਚ ਕੀੜੇ ਮਕੌੜੇ ਫਸ ਜਾਂਦੇ ਆ। ਮੱਕੜੀ ਉਹਦਾ ਸ਼ਿਕਾਰ ਕਰ ਲੈਂਦੀ, ਖਾ ਖੂ ਜਾਂਦੀ ਤੇ ਬੜਾ ਹੁਸ਼ਿਆਰੀ ਨਾਲ ਜਾਲ ਬਣਾ ਕੇ ਛੋਟੇ ਛੋਟੇ ਜੀਵਾਂ ਨੂੰ ਉਹਦੇ ਵਿੱਚ ਵਸਾ ਲੈਂਦੀ, ਮੱਖੀਆਂ ਮੁੱਖੀਆਂ ਕੀੜੇ ਕੂੜੇ ਜੇ। ਫਿਰ ਉਹਨਾਂ ਨੂੰ ਜਿਹੜਾ ਖਾਂਦੀ ਆ। ਫਿਰ ਐਡੀ ਸਿਆਣੀ ਆ ਵੀ ਆਪਣਾ ਬਣਾਇਆ ਹੋਇਆ ਜਾਲ ਦੂਜੇ 'ਤੇ ਫਸਾ ਲੈਂਦੀ ਪਰ ਆਪ 'ਚ ਨਹੀਂ ਫਸਦੀ। ਉਹਨੇ ਇੱਕ ਥੋੜ੍ਹਾ ਥਾਂ ਛੱਡਣ ਦਾ, ਉਹਦੇ ਵਿੱਚੋਂ ਮੱਖੀ ਉਹ ਨਿਕਲ ਜਾਂਦੀ, ਸ਼ਿਕਾਰ ਜ਼ਰੂਰ ਫਸਾਉਂਦੀ। ਪਰ ਮੱਕੜੀ ਪਰ ਜਾਲ ਕਿੱਦਾਂ ਬਣਾਉਂਦੀ ਆ ਇਹ ਐਵੇਂ ਦੱਸਿਆ ਜਾਂਦਾ ਵਾ ਵੀ ਜਿਹੜੀ ਮੱਕੜੀ ਆ ਨਾ ਉਹਦੇ ਸਰੀਰ ਵਿੱਚ ਇੱਕ ਦਰਵ ਪਦਾਰਥ ਹੈ ਜੀ, ਗ੍ਰੰਥੀਆਂ। ਸਾਡੇ ਸਰੀਰ ਦੀਆਂ ਗ੍ਰੰਥੀਆਂ ਹੈਗੀਆਂ ਨਾ, ਉਹਦੀਆਂ ਗ੍ਰੰਥੀਆਂ ਦੇ ਵਿੱਚ ਇੱਕ ਦਰਵ ਪਦਾਰਥ ਹੈ ਤੇ ਜੋ ਦਰਵ ਹੁੰਦਾ ਤਰਲ, ਜਿਹਦਾ ਪਾਣੀ ਹੁੰਦਾ, ਜਿਹਦਾ ਸਾਡੇ ਅੰਦਰ ਪੇਤੇ ਆ ਤਰਲ ਪੀਲੇ ਰੰਗ ਦਾ। ਤੇ ਉਹ ਸਰੀਰ ਦੇ ਵਿੱਚ ਦਰਵ ਪਦਾਰਥ ਮੱਕੜੀ ਨੇ ਜੋ ਬਿਲਕੁਲ ਜਿੱਦਾਂ ਰੇਸ਼ਮੀ ਧਾਗਾ ਹੁੰਦਾ ਨਾ, ਰੇਸ਼ਮੀ ਧਾਗੇ ਦੀ ਤਰ੍ਹਾਂ ਹੁੰਦਾ। ਅੰਦਰ ਤਰਲ ਪਦਾਰਥ ਆ। ਗੋਰੇ ਲੋਕ ਉਹਨੂੰ ਸਪਾਈਡਰ ਸਿਲਕ ਦਾ ਨਾਮ ਦਿੰਦੇ ਆ। ਤੇ ਇਹ ਪਦਾਰਥ ਇੰਨਾ ਚਿਪਚਿਪਾ ਹੁੰਦਾ ਜਦੋਂ ਉਹ, ਤੇ ਇਹ ਜਿਹੜਾ ਰੇਸ਼ਮ ਦੇ ਧਾਗੇ ਵਰਗਾ ਦਰਵ ਪਦਾਰਥ ਹੈ ਨਾ ਮੱਕੜੀ ਆਪਣੀ ਪਿੱਠ ਪਿੱਛੋਂ ਕੱਢਦੀ ਆ, ਆਪਣੀ ਪਿੱਠ ਪਿੱਛੋਂ ਕੱਢਦੀ ਆ। ਤੇ ਉਹਦਾ ਇਹੋ ਜਿਹਾ ਸੁਭਾਅ ਇੰਨਾ ਚਿਪਚਿਪਾ, ਜਦੋਂ ਹਵਾ ਦੇ ਨਾਲ ਦਾ ਸੰਪਰਕ ਹੁੰਦਾ ਤੇ ਉਹ ਇੱਕ ਰੇਸ਼ਮ ਦੇ ਧਾਗੇ ਵਾਂਗ ਬਣ ਜਾਂਦਾ। ਜਦੋਂ ਹੀ ਉਹ ਪਿੱਠ ਕਰਦੀ ਹੈ ਨਾ, ਪਿੱਠ 'ਚੋਂ ਕੱਢਦੀ ਉਹ ਤਰਲ ਪਦਾਰਥ, ਉਹ ਹਵਾ ਦੇ ਨਾਲ ਹੀ ਸੰਪਰਕ ਦੇ ਹੋਣ ਦੇ ਨਾਲ ਹੀ ਉਹ ਇਸ ਇੱਕ ਤਰ੍ਹਾਂ ਦਾ ਧਾਗਾ ਬਣ ਜਾਂਦਾ। ਫਿਰ ਉਹ ਧਾਗੇ ਨੂੰ ਜਿਹੜਾ ਹੈ ਐਂ ਵੇਖੋ ਕਿੱਦਾਂ ਉਹ ਪੋਜੀਸ਼ਨ 'ਚ ਬਣਾਉਂਦੀ ਤੇ ਕਿੱਡੀ ਉਹਦੀ ਗੱਲ ਹੈ। ਇਹ ਪਰਮੇਸ਼ਰ ਨੂੰ ਕਾਲਾ ਹੀ ਬਖਸ਼ੀ ਹੈ। ਤੇ ਮੱਕੜੀ ਦਾ ਜਾਲ ਵੇਖੋ ਹਰੇਕ ਨੂੰ ਐ ਉਲਝਣ 'ਚ ਪਾ ਦਿੰਦਾ ਤੇ ਨਿਕਲਿਆ ਨਹੀਂ ਜਾਂਦਾ। ਆ ਸਾਡੇ ਹੱਥਾਂ ਨੂੰ ਲੱਗ ਜੇ ਨਾ ਤਾਂ ਕਿੱਦਾਂ ਆਪਾਂ ਮਲ ਮੁੱਲ ਦਿੰਦੇ ਇਹਨੂੰ। ਤੇ ਇਹ ਜਿਹੜਾ ਮੱਕੜੀ ਜਿਹੜਾ ਜਾਲ ਬਣਾਉਂਦੀ ਇਹਦੇ ਪੈਰ ਹੀ ਬਣਾਉਂਦੇ ਆ ਅਸਲ ਵਿੱਚ। ਤੇ ਮੱਕੜੀ ਦੇ ਜਿਹੜੇ ਪੈਰ ਉਹ ਬੜੇ ਹੋਰ ਹਿਸਾਬ ਦੇ ਤਿਲਕਣੇ ਜੇ, ਜਿਸ ਕਰਕੇ ਉਹ ਜਾਲ 'ਚ ਆਪ ਨਹੀਂ ਚਿਪਕਦੀ, ਦੂਜਿਆਂ ਨੂੰ ਜ਼ਰੂਰ ਫਸਾ ਲੈਂਦੀ। ਤੇ ਮੱਕੜੀ ਦੇ ਬਾਰੇ ਜਾਣਕਾਰੀ ਇਹ ਦਿੰਦੇ ਆ ਜਿਹੜੇ ਖੋਜੀ ਆ ਕਿ ਵੇਖੋ ਦੂਜਿਆਂ ਨੂੰ ਫਸਾਉਂਦੀ ਆ ਪਰ ਆਪ ਨਹੀਂ ਫਸਦੀ। ਇਹਦੇ 48 ਜਿਹੜੇ ਆ ਨਾ ਲੱਤਾਂ ਵਿੱਚ ਜੋੜ ਆ, 8 ਇਹਦੇ ਪੈਰ ਹੁੰਦੇ। ਮੱਕੜੀਆਂ ਕਈ ਤਰ੍ਹਾਂ ਦੀਆਂ ਤੇ ਕਈ ਬਹੁਤ ਬਹੁਤ ਵੱਡੀਆਂ। 8 ਇਹਦੇ ਪੈਰ ਹੁੰਦੇ ਆ ਤੇ 6 ਇਹਦੇ ਜੋੜ ਹੁੰਦੇ ਮੱਕੜੀ ਦੇ ਇੱਕ ਪੈਰ ਵਿੱਚ, ਤੇ 8 6 48। ਤੇ ਮੱਕੜੀ ਇੱਕ ਸਾਲ ਦੇ ਵਿੱਚ ਲਗਭਗ 2000 ਕੀੜੇ ਖਾਂਦੀ ਹੈ ਜਾਲ ਦੀ ਬਦੌਲਤ। ਇਹੋ ਜਿਹਾ ਜਾਲ ਬਣਾਉਂਦੀ ਪਰਮੇਸ਼ਰ ਨੇ। ਕੋਈ ਨਿੱਕੀ ਜਿਹੀ ਅੰਦਰ ਕਿੱਡੀ ਵੱਡੀ ਕਲਾ ਵਰਤਾਈ। ਤੇ ਇਹਦੇ ਗ੍ਰੰਥੀਆਂ ਹੁੰਦੀਆਂ ਜਿਹੜੀਆਂ ਇਹਦੇ ਅੰਦਰ, ਉਹ ਤੋਂ ਹੀ ਇਹ ਰੇਸ਼ਮ ਵਰਗਾ ਧਾਗਾ ਜਿਹਾ ਬਣਾਉਂਦੀ, ਤਰਲ ਪਦਾਰਥ ਤੋਂ ਬਾਹਰ ਕੱਢਦੀ ਹਵਾ ਦੇ ਸੰਪਰਕ ਨਾਲ। ਤੇ ਹੋਰ ਇਹ ਵੱਡੀ ਵੀ ਇੱਕ ਮੱਕੜੀਆਂ ਹੈਗੀਆਂ ਜਿਹੜੇ ਚੂਹੇ ਛਿਪਕਲੀਆਂ ਤੱਕ ਖਾ ਜਾਂਦੀਆਂ। ਉਹਦੇ ਲੱਤਾਂ ਵੀ 12-12 ਇੰਚ ਹੁੰਦੀਆਂ ਉਹਦੀਆਂ। ਸੌਰਵ ਵਿਚਾਰ
ਇੱਥੇ ਤਾਂ ਆਪਾਂ ਇੰਨੀ ਗੱਲ ਕਰਨੀ ਨਹੀਂ ਸੀ। ਉਹ ਕਰਨ ਦਾ ਕਾਰਨ ਇੰਨਾ ਹੀ ਆ ਕਿ ਕੋਈ ਪੁੱਛ ਲੇ ਵੀ ਮੱਕੜੀ ਕਿਵੇਂ ਵੀ ਜਾਲ ਬਣਾਉਂਦੀ ਆ, ਉਹ ਤਾਂ ਕਰਕੇ ਦੱਸਿਆ। ਮੱਕੜੀ ਪਿੱਠ ਪਿੱਛੋਂ ਤਰਲ ਪਦਾਰਥ ਜਦੋਂ ਕੱਢਦੀ, ਹਵਾ ਨਾਲ ਸੰਪਰਕ ਹੁੰਦਿਆ ਤਾਰ ਰੂਪ 'ਚ ਬਦਲਦਾ ਰੇਸ਼ਮ ਦੇ, ਉਦੋਂ ਫਿਰ ਵਲ ਕੇ ਬਣਾਉਂਦੀ। ਵੇਖੋ ਅੰਦਰੋਂ ਸੂਖਮ ਸਰੀਰ ਆ, ਅੰਦਰੋਂ ਸੂਖਮ ਸਰੀਰ ਕੀ ਆ, ਅੰਦਰੋਂ ਉਹਨੇ ਕੀ ਕੀਤਾ ਪੈਦਾ, ਜਾਲੇ ਨੂੰ ਉਪਾਦਾਨ ਕਾਰਨ ਹੋ ਗਿਆ ਹੈ। ਫਿਰ ਉਹਨੂੰ ਜਦੋਂ ਬਣਾਉਂਦੀ ਕਹਿੰਦੇ ਸਥੂਲ ਸਰੀਰ ਨਾਲ, ਇਸ ਤਰ੍ਹਾਂ ਨਿਮਿੱਤ ਕਾਰਨ। ਸਿੱਧਾ ਜਿਹਾ ਵੀ ਜਿਸ ਤਰ੍ਹਾਂ ਮੱਕੜੀ ਉਪਾਦਾਨ ਦੇ ਨਿਮਿੱਤ ਕਾਰਨ ਜਾਲੇ ਦਾ ਹੈ, ਆਪੇ ਹੀ ਪੈਦਾ ਕਰਦੀ, ਆਪੇ ਬਣਾਉਂਦੀ ਹੈ। ਤੈਸੀ ਭਾਂਤ ਜਗ ਕੋ ਵਿਚਾਰ ਬ੍ਰਹਮਸਾਰ ਹੈ, ਤੈਸੀ ਭਾਂਤ ਬਸ ਇਸੇ ਪ੍ਰਕਾਰ, उसी प्रकार ही तैसी ਜਾਂ ਇਸੇ ਪ੍ਰਕਾਰ ਜਾਂ ਉसी प्रकार ही जग को संसार ਦਾ ਜਿਹੜਾ ਦੋਨੋਂ ਪ੍ਰਕਾਰ ਦਾ ਜਿਹੜਾ ਕਾਰਨ ਹੈ ਨਾ, ਉਹ ਸ੍ਰੇਸ਼ਟ ਸਾਰਗੇ ਸ੍ਰੇਸ਼ਟ ਸਰੂਪ ਜਿਹੜਾ ਬ੍ਰਹਮ ਆ, ਉਹਨੂੰ ਹੀ ਸਿੱਖ ਵਿਚਾਰ ਲੈਣਾ ਕਰ। ਬ੍ਰਹਮ ਨੇ ਵੇਖੋ ਆਪ ਹੀ ਮਾਇਆ ਪੈਦਾ ਕੀਤੀ ਹੈ ਤੇ ਮਾਇਆ ਪੈਦਾ ਕਰਦੀ ਆ, ਤੇ ਇਹ ਨਹੀਂ ਵੀ ਮਾਇਆ ਤੋਂ ਜਿਹੜਾ ਜਗਤ ਬਣਿਆ ਉਹਨੂੰ ਹੋਰ ਕਿਸੇ ਨੇ ਬਣਾਇਆ, ਜਗਤ ਨੂੰ ਵੀ ਬਣਾਇਆ ਆਵੇ। ਮਾਇਆ ਪੈਦਾ ਕਰਕੇ ਤੇ ਮਾਇਆ ਸਬਲ ਹੋ ਕੇ ਕੀ ਕਰ ਦਿੱਤਾ ਵਾ, ਸੰਸਾਰ ਪੈਦਾ ਕਰ ਦਿੱਤਾ। ਈਸ਼ਵਰ ਬਣ ਕੇ ਬ੍ਰਹਮਾ, ਸ਼ਿਵ ਜੀ, ਵਿਸ਼ਨੂੰ ਤਿੰਨਾਂ ਨੂੰ ਬਣਾ ਦਿੱਤਾ। ਉਂਝ ਕਈ ਈਸ਼ਵਰ ਸ਼ਿਵ ਜੀ ਨੂੰ ਕਹਿੰਦੇ, ਵਿਸ਼ਨੂੰ ਜੀ ਨੂੰ ਕਹਿੰਦੇ ਆ, ਪਰ ਈਸ਼ ਜਿਹੜਾ ਗ੍ਰੰਥਾਂ ਮੁਤਾਬਕ ਆ ਨਾ, ਉਹ ਤੇ ਮਾਇਆ ਤੋਂ ਰਚਿਤ ਤਿੰਨ ਸਰੀਰ ਆ, ਤੇ ਮਾਇਆ ਸਬਲ ਜਿਹੜਾ ਈਸ਼ ਆ ਉਹ ਤਿੰਨ ਪੈਦਾ ਦੇਵਤਾ ਕਰਦਾ। ਉਹ ਤਿੰਨ ਦੇਵਤੇ ਫਿਰ ਗਾਂ ਸੇਵਾ ਕਰਦੇ। ਤੇ ਜਿਸ ਤਰ੍ਹਾਂ ਮੱਕੜੀ ਆਪਣੇ ਸੂਖਮ ਸਰੀਰ ਤੋਂ ਪੈਦਾ ਕਰਦੀ ਆ ਜਾਲਾ, ਫਿਰ ਬਣਾਉਂਦੀ ਆਪ, ਇਸ ਤਰ੍ਹਾਂ ਬ੍ਰਹਮ ਆਪ ਹੀ ਪੈਦਾ ਕਰਦਾ ਜਗਤ ਨੂੰ, ਆਪ ਹੀ ਉਹਨੂੰ ਬਣਾਉਂਦਾ ਆ। ਹੁਣ ਆਪ ਹੀ ਉਹਨੇ ਮਾਇਆ ਪੈਦਾ ਕੀਤੀ ਆ ਬ੍ਰਹਮ ਨੇ, ਤੇ ਆਪ ਹੀ ਮਾਇਆ ਨੂੰ ਉਹਨੇ ਬਣਾਇਆ। ਇਹ ਤੇ ਜਿੱਦਾਂ ਮਿੱਟੀ ਤੋਂ ਘੜਾ ਹੈ, ਉਹ ਮਿੱਟੀ ਹੋ ਗਈ, ਪਰ ਉਹਨੂੰ ਬਣਾਉਣ ਦਾ ਘੁਮਿਆਰ ਇੱਕ ਵੱਖਰਾ, ਨਿਮਿੱਤ ਕਾਰਨ ਵੱਖਰਾ ਹੋ ਗਿਆ। ਪਰ ਇੱਥੇ ਬ੍ਰਹਮ ਨੇ ਆਪ ਹੀ ਮਾਇਆ ਪੈਦਾ ਕੀਤੀ ਆ, ਕਿ ਆਪ ਹੀ ਮਾਇਆ ਨੂੰ ਬਣਾਇਆ ਹੈ। ਠੀਕ ਹੈ ਜੀ। ਤੇ ਜਾਂ ਵੀ ਆਪ ਹੀ ਬ੍ਰਹਮ ਨੇ ਜਿਹੜਾ ਜਗਤ ਪੈਦਾ ਕੀਤਾ ਹੈ, ਤੇ ਆਪ ਹੀ ਉਹਨੇ ਜਗਤ ਨੂੰ ਬਣਾਇਆ ਹੈ। ਨਿਮਿੱਤ ਕਾਰਨ ਕੋਈ ਵੱਖਰਾ ਨਹੀਂ। ਇਹ ਤਾਂ ਨਹੀਂ ਨਾ ਹੈਗਾ ਕਿ ਬ੍ਰਹਮ ਨੇ ਮਾਇਆ ਪੈਦਾ ਕਰ ਦਿੱਤੀ ਤੇ ਫਿਰ ਜਿਹੜਾ ਜਗਤ ਬਣਾਉਣ ਵਾਲਾ ਕੋਈ ਹੋਰ ਆ ਗਿਆ, ਕੋਈ ਬ੍ਰਹਮ ਹੀ ਹੈ। ਬ੍ਰਹਮ ਤੋਂ ਬਿਨਾਂ ਤਾਂ ਕੁਝ ਹੈ ਹੀ ਨਹੀਂ। ਬ੍ਰਹਮ ਨੇ ਹੀ ਮਾਇਆ ਤੋਂ ਹੀ ਜਿਹੜਾ ਹੈ ਸੰਸਾਰ ਆਪੇ, ਮਤਲਬ ਉਪਾਦਾਨ ਕਾਰਨ ਹੈ, ਜਿਹੜੀ ਮਾਇਆ ਪੈਦਾ ਕੀਤੀ ਹੈ। ਤੇ ਜਦੋਂ ਮਾਇਆ ਦੇ ਰਾਹੀਂ ਇਹ ਸੰਸਾਰ ਬਣਾਇਆ, ਉਦੋਂ ਨਿਮਿੱਤ ਕਾਰਨ ਹੋ ਗਿਆ। ਇਸ ਪ੍ਰਕਾਰ ਸੰਸਾਰ ਦਾ ਜਿਹੜਾ ਦੋਵੇਂ ਤਰ੍ਹਾਂ ਨਾਲ ਨਿਮਿੱਤ ਕਾਰਨ ਪਾ ਬਣਾਉਣ ਵਾਲਾ ਵੀ ਹੈ, ਤੇ ਜਿਹੜਾ ਹੈ ਕਰਤਾ ਰੂਪ ਹੋ ਕੇ ਬਣਾਉਣ ਵਾਲਾ ਵੀ, ਤੇ ਮਾਇਆ ਨੂੰ ਪੈਦਾ ਕਰਨ ਵਾਲਾ, ਸੰਸਾਰ ਨੂੰ ਪੈਦਾ ਕਰਨ ਵਾਲਾ ਉਪਾਦਾਨ ਕਾਰਨ ਵੀ ਬ੍ਰਹਮੀ ਹੈ। ਉਹ ਤੁਸੀਂ ਆਪ ਸਿੱਧ ਕਰ ਸਕਦੇ ਹੋ। ਕਿੰਨੀ ਵਾਰ ਪ੍ਰਮਾਣ ਦੇ ਦਿੱਤਾ, ਮਾਇਆ ਦੀ ਉਪਾਧੀ ਹਟ ਜਾਏ, ਰਜੋ ਸਤੋ ਗੁਣ ਤਮੋ ਗੁਣ ਰਹਿਣੇ ਨਹੀਂ ਹੈ, ਨਾ ਰਹਿਣਾ ਜੀਵ ਤੇ ਨਾ ਰਹਿਣਾ ਈਸ਼, ਰਹਿਣਾ ਪ੍ਰਤੀਬਿੰਬ। ਜਦੋਂ ਮਾਇਆ ਹਟ ਗਈ, ਪ੍ਰਤੀਬਿੰਬ ਵੀ ਨਹੀਂ ਰਹਿਣਾ, ਰਹਿ ਗਿਆ ਇਕੱਲਾ ਬ੍ਰਹਮ। ਜਿਸ ਤਰ੍ਹਾਂ ਸੰਸਾਰ ਦਾ ਕੀ ਹੋ ਗਿਆ, ਜਦੋਂ ਰਹਿਣਾ ਇਕੱਲਾ ਬ੍ਰਹਮ ਹੈ ਨਾ, ਸੰਸਾਰ ਦਾ ਰਹਿ ਉਪਾਦਾਨ ਕਾਰਨ ਵੀ ਤੇ ਨਿਮਿੱਤ ਕਾਰਨ ਵੀ ਬ੍ਰਹਮ ਆ। ਦੋਹਰਾ ਕਾਰਨ ਕਾਰਜ ਕਰ ਕਹਿਓ, ਹੇ ਸਿੱਖ ਕਾਰਨ ਤੇ ਕਾਰਜ ਕਰਕੇ ਯਹ ਤੋ ਸੋ ਵਿਵਹਾਰ, ਤੋ ਸੋ ਕਹੀਏ ਤੇਰੇ ਤਾਈਂ ਬ੍ਰਹਮ ਦੇ ਵਿਵਹਾਰ ਨੂੰ ਕਿਹਾ ਹੈ। ਭਾਵ ਉਹ ਬ੍ਰਹਮ ਆਪੇ ਹੀ ਕਾਰਨ ਤੇ ਕਾਰਜ ਕਰਕੇ ਕਰ ਰਿਹਾ ਹੈ। ਕਾਰਨ ਕਾਰਜ ਕਰ ਕਹਿਓ, ਬ੍ਰਹਮ ਹੀ ਕਾਰਨ ਹੈ ਤੇ ਕਾਰਜ ਵੀ ਬ੍ਰਹਮ ਹੀ। ਮਾਇਆ ਦੀ ਉਪਾਧੀ ਕਰਕੇ ਜੀਵ ਇਸ਼ੀ ਜ਼ਰੂਰ ਦਿਖ ਰਿਹਾ, ਪਰ ਉਸ ਵਿੱਚ ਬ੍ਰਹਮ ਹੀ ਬ੍ਰਹਮ ਆ। ਪ੍ਰਤੀਬਿੰਬ ਕਰਕੇ ਜਾਣੇ ਬ੍ਰਹਮ ਹੀ ਬ੍ਰਹਮ ਆ। ਸੰਸਾਰ ਕਾਰਜ ਆ ਤੇ ਬ੍ਰਹਮ ਕਾਰਨ ਆ। ਮਾਇਆ ਕਾਰਜ ਆ, ਬ੍ਰਹਮ ਕਾਰਨ। ਤੇ ਕਾਰਨ ਕਾਰਜ ਕਰਕੇ ਕਿਹਾ ਯਹ ਤੋ ਸੋ ਵਿਵਹਾਰ, ਤੇਰੇ ਤਾਈਂ ਵਿਵਹਾਰ। ਭਾਵ ਬ੍ਰਹਮ ਕਾਰਨ ਆ, ਉਹਦਾ ਕੀਤਾ ਹੋਇਆ ਮਾਇਆ ਜਾਂ ਸੰਸਾਰ ਰੂਪੀ ਕਾਰਜ ਆ।
ਪੰਜ ਤੱਤ ਕਾਰਜ ਆ ਤੇ ਪੰਜ ਤੱਤਾਂ ਦਾ ਕਾਰਨ ਕੌਣ ਹੈ? ਬ੍ਰਾਹਮੀ ਹੈ। ਕਿੱਦਾਂ? ਕਿਉਂਕਿ ਬ੍ਰਹਮ ਤੋਂ ਹੀ ਮਾਇਆ ਹੈ ਤੇ ਮਾਇਆ ਬ੍ਰਹਮ ਤੋਂ ਪੈਦਾ, ਤੇ ਉਸੇ ਮਾਇਆ ਤੋਂ ਹੀ ਵੇਖੋ ਜਿਹੜਾ ਉਹਦੀ ਸੱਤਾ ਪਾ ਕੇ ਬ੍ਰਹਮ ਦੀ ਤੇ ਪੰਜ ਤੱਤ ਰਚੇ, ਪੰਜ ਤੱਤ ਬ੍ਰਹਿਮੰਡ ਰਚਿਆ। ਮਤਲਬ ਬ੍ਰਹਮ ਦੀ ਅੰਸ਼ ਹੋ ਗਈ ਨਾ ਮਾਇਆ। ਅੰਸ਼ ਤੇ ਅੰਸ਼ੀ ਵਿੱਚ ਭੇਦ ਨਹੀਂ ਹੁੰਦਾ। ਕਾਰਨ ਕਾਰਜ ਤੇ ਪਰੇ, ਆਪ ਹੀ ਉਹ ਬ੍ਰਹਮ ਕਾਰਨ ਕਾਰਜ ਕਰ ਰਿਹਾ ਵਾ। ਹਾਂਜੀ, ਵੇਖੋ ਸਿੱਖ ਵੀ ਉਹ ਕਾਰਨ ਕਾਰਜ ਵੀ ਕਾਰਨ ਰੂਪ ਵੀ ਹੈ ਤੇ ਕਾਰਜ ਰੂਪ ਵੀ ਹੈ। ਤੇ ਕਾਰਨ ਕਾਰਜ ਤੇ ਪਰੇ, ਫਿਰ ਕਾਰਨ ਤੋਂ ਕਾਰਨ ਤੇ ਕਾਰਜ ਤੋਂ ਪਰੇ ਵੀ ਹੈ। ਸੋ ਹੈ ਤੱਤ ਵਿਚਾਰ। ਉਹ ਸੋ ਕਹੀਏ ਉਹ ਜਿਹੜਾ ਤੱਤ ਸਿਧਾਂਤ ਵਾਸਤਵ ਵਿੱਚ ਵਿਚਾਰ ਨਾ ਕਰ, ਉਹਨੂੰ ਤੂੰ ਤੱਤ ਰੂਪ ਵਿਚਾਰ ਨਾ ਕਰ ਜੋ ਕਾਰਨ ਕਾਰਜ ਕਰਕੇ ਤੇ ਕਾਰਨ ਕਾਰਜ ਤੋਂ ਪਰੇ ਵੀ। ਉਹ ਹੁਣ ਇੱਦਾਂ ਗ੍ਰੰਥ ਮੁਤਾਬਕ ਸੌਖਾ। ਜਿਵੇਂ ਵੇਖੋ ਬ੍ਰਹਮ ਅਸੰਗ ਆ, ਇੱਛਾ ਰੂਪ ਮਾਇਆ, ਮਾਇਆ ਵਿੱਚ ਪ੍ਰਤੀਬਿੰਬ ਉਹ ਕੀ ਆ? ਪ੍ਰਤੀਬਿੰਬ ਮਾਇਆ। ਤੇ ਉਹ ਜਿਹੜਾ ਕਲਪਤ ਦਾ ਸੰਬੰਧ ਆ, ਜਦੋਂ ਬ੍ਰਹਮ ਦੇ ਪ੍ਰਤੀਬਿੰਬ ਨਾਲ ਕਲਪਤ ਸੰਬੰਧ ਹੋਇਆ ਮਾਇਆ ਦਾ, ਉਹ ਤੋਂ ਤਿੰਨ ਗੁਣਾ ਪੈਦਾ ਹੋਏ ਤੇ ਉਹ ਪ੍ਰਤੀਬਿੰਬ ਸਮੇਤ ਮਾਇਆ ਤੇ ਸਤੋ ਗੁਣ ਦੇ ਸਹਿਤ ਈਸ਼ਵਰ ਕਹਾਇਆ। ਫਿਰ ਉਹ ਈਸ਼ਵਰ ਨੇ ਜਿਹੜੀ ਹੈ ਰਚਨਾ ਸਾਰੀ ਰਚੀ, ਮਤਲਬ ਬ੍ਰਹਮ ਅਸੰਗ ਹੋ ਗਿਆ, ਮਾਇਆ ਕਲਪਤ ਨਾਲ ਪ੍ਰਤੀਬਿੰਬ ਦਾ ਮੇਲ ਹੈ ਤੇ ਉਤੋਂ ਹੀ ਇਹ ਸਾਰਾ ਕੁਝ ਰਚਿਆ ਗਿਆ। ਵੇਖੋ ਜਾਂ ਮਾਇਆ ਦਾ ਹੀ ਕਲਪਤ ਜਿਹੜਾ ਸੰਬੰਧ ਹੋਇਆ ਹੈ ਤੇ ਉਹ ਤੋਂ ਹੀ ਸਾਰੀ ਸ੍ਰਿਸ਼ਟੀ ਹੈ। ਹਾਂਜੀ, ਤੇ ਉਹ ਕਾਰਨ ਰੂਪ ਵੀ ਹੋ ਗਿਆ ਤੇ ਅਸੰਗ ਵੀ ਆ। ਪਰ ਮਤਲਬ ਕਲਪਤ ਕਰਕੇ ਅਸੰਗ ਆ ਨਾ, ਉਹ ਕਾਰਨ ਰੂਪ ਮਾਇਆ ਜਾਂ ਮਾਇਆ ਸਬਲ ਹੋ ਕੇ ਤੇ ਈਸ਼ਵਰ ਬਣ ਕੇ ਤੇ ਇਹ ਕਾਰਨ ਬਣਿਆ ਵਾ ਤੇ ਉਹ ਕਾਰਨ ਤੋਂ ਕਾਰਜ ਸੰਸਾਰ ਕੀਤਾ। ਤੇ ਉਹ ਬ੍ਰਹਮ ਦੇ ਇੱਕ ਅਸੰਗ ਆ ਨਾ, ਉਹਦਾ ਤੇ ਕੋਈ ਸੰਬੰਧ ਹੀ ਨਹੀਂ, ਉਹਦੇ ਮਾਇਆ ਤੋਂ ਬਹੁਤ ਦੂਰ ਹੈ। ਜਿਵੇਂ ਸਾਡੀ ਪਰਛਾਈ ਤੋਂ ਹੀ ਕੋਈ ਹਰਕਤ ਵਿੱਚ ਆ ਜੇ ਤੇ ਉਧਰ ਤੇ ਅਸੀਂ ਪਰ ਵੱਖਰੇ, ਪਰਛਾਵੇਂ ਤੋਂ ਤਾਂ ਆਪਾਂ ਵੱਖਰੇ ਹੀ ਹੈ, ਸਾਡਾ ਰੂਪ ਪਰ ਵੱਖਰੇ ਨਾ, ਪਰਛਾਵੇਂ ਤੋਂ ਤਾਂ ਬਹੁਤ ਵੱਖਰੇ। ਇਸ ਪ੍ਰਕਾਰ ਉਹ ਜਿਹੜੀ ਮਾਇਆ ਹੈ, ਉਹ ਮਾਇਆ ਈਸ਼ਵਰ ਮਾਇਆ ਸਬਲ ਹੋ ਕੇ ਕਾਰਨ ਰੂਪ ਆ, ਉਹ ਬ੍ਰਹਮੀ ਦਾ ਹੀ ਰੂਪ ਹੈ ਈਸ਼ਵਰ। ਤੇ ਕਾਰਜ ਜਿਹੜਾ ਵਾ ਇਹ ਸੰਸਾਰ ਹੈ। ਬ੍ਰਹਮ ਜਿਹੜਾ ਮੁੱਖ ਬ੍ਰਹਮ ਹੈ ਉਹ ਅਸੰਗ ਹੈ। ਜਿਵੇਂ ਸ਼ੀਸ਼ਾ ਤੇ ਸ਼ੀਸ਼ੇ ਵਿੱਚ ਪ੍ਰਤੀਬਿੰਬ ਉਹ ਇਕੱਠੇ ਹੋ ਜਾਂਦੇ ਆ, ਬਾਹਰਲਾ ਅਸੀਂ ਬੜੇ ਅਸੀਂ ਅਸੰਗ ਹਾਂ ਸ਼ੀਸ਼ੇ ਤੋਂ। ਇਸੇ ਤਰ੍ਹਾਂ ਬ੍ਰਹਮ ਅਸੰਗ ਆ, ਸ਼ੀਸ਼ਾ ਟੁੱਟ ਜੇ ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ, ਅੰਦਰ ਪ੍ਰਤੀਬਿੰਬ ਵੀ ਸਮਾਪਤ ਹੋ ਜਾਂਦਾ। ਤੇ ਇਸੇ ਤਰ੍ਹਾਂ ਅਸੀਂ ਜਿੱਦਾਂ ਅਸੀਂ ਅਸੰਗ ਹੈ, ਇਸ ਤਰ੍ਹਾਂ ਬ੍ਰਹਮ ਮਾਇਆ ਤੋਂ ਅਸੰਗ ਆ। ਤੇ ਕਾਰਨ ਪ੍ਰਤੀਬਿੰਬ ਰੂਪ ਈਸ਼ਵਰ ਤੇ ਮਾਇਆ ਮੰਨ ਲਓ ਉਹ ਕਾਰਨ ਹੈ, ਉਹੀ ਸ੍ਰਿਸ਼ਟੀ ਰਚਨਾ ਕਰ ਰਿਹਾ ਤੇ ਕਾਰਨ ਕਾਰਜ ਤੋਂ ਪਰੇ ਇਸ ਤਰ੍ਹਾਂ ਬ੍ਰਹਮ ਅਸੰਗ ਹੋ ਗਿਆ। ਸੋ ਹੈ ਤੱਤ ਵਿਚਾਰ, ਉਹ ਤੂੰ ਤੱਤ ਕਰਕੇ ਵਿਚਾਰ ਨਾ ਕਰ। ਉਹ ਜਿਵੇਂ ਆਕਾਸ਼ ਨਹੀਂ ਹੈ, ਆਕਾਸ਼ ਵੇਖੋ ਕਿ ਘੜੇ ਦੇ ਵਿੱਚ ਰਹਿ ਕੇ ਵੀ ਅਸੰਗ ਹੈ। ਹਾਂਜੀ, ਨਾ ਉਹਦਾ ਮਟਾ ਆਕਾਸ਼ ਜ਼ਰੂਰ ਪੈ ਗਿਆ ਹੈ ਪਰ ਉਹ ਘੜੇ ਤੋਂ ਅਸੰਗ ਹੈ। ਘੜੇ ਵਿੱਚ ਆ ਕੇ ਵੀ ਘੜੇ ਤੋਂ ਅਸੰਗ ਆ, ਘੜਾ ਟੁੱਟ ਜੂਗਾ ਉਹਨੂੰ ਕੋਈ ਫਰਕ ਨਹੀਂ ਪੈਂਦਾ। ਘੜਾ ਕੀ ਆ? ਮਿੱਟੀ ਕੀ ਆ? ਕਾਰਨ। ਘੜਾ ਕੀ ਆ? ਕਾਰਜ। ਤੇ ਇਸ ਤਰ੍ਹਾਂ ਕਾਰਨ ਕਾਰਜ ਤੋਂ ਪਰੇ ਵੀ ਉਹ ਪਰ ਉਹ ਬ੍ਰਹਮ ਆਪ ਕਾਰਨ ਤੇ ਕਾਰਜ ਤੋਂ ਪਰੇ ਵੀ ਆ, ਭਾਵ ਇੱਕ ਅਸੰਗ ਹੈ। ਮਾਇਆ ਸਬਲ ਰੂਪ ਹੋ ਕੇ ਕਾਰਨ ਰੂਪ ਆ, ਈਸ਼ਵਰ ਰੂਪ ਹੋ ਕੇ ਮਾਇਆ ਸਬਲ ਦੇ ਸਹਿਤ
ਤੇ ਜਿਹੜਾ ਸ਼ੁੱਧ ਬ੍ਰਹਮ ਆ ਉਹ ਕਾਰਨ ਕਾਰਜ ਤੋਂ ਪਰੇ ਆ, ਸੋ ਉਹ ਤੂੰ ਤੱਤਵ ਰੂਪ ਵਾਸਤਵ ਰੂਪ ਵਿੱਚ ਵਿਚਾਰ ਨਾ ਕਰ। ਕੁੰਡਲੀਆ ਜੈਸੇ ਘਾਟਕੋ ਘਾਟਕ ਹੈ, ਜਿਸ ਪ੍ਰਕਾਰ ਘਾਟਕਈਏ ਘੜੇ ਨੂੰ ਘੜਾ ਹੀ ਕਹਿੰਦੇ ਹੈ। ਮਾਟੀ ਕਾਰਨ ਹੋਏ ਪਰ ਉਹਦਾ ਕਾਰਨ ਮਿੱਟੀ ਹੁੰਦੀ ਹੈ। ਜਿਸ ਤਰ੍ਹਾਂ ਘੜਾ ਬਣ ਗਿਆ, ਉਹਨੂੰ ਘੜੇ ਨੂੰ ਲੋਕ ਘੜਾ ਹੀ ਕਹਿੰਦੇ ਆ, ਪਰ ਅਸਲ ਵਿੱਚ ਦਾ ਕਾਰਨ ਕੀ ਆ? ਮਿੱਟੀ ਹੈ ਤਾਂ ਮਿੱਟੀ, ਪਰ ਉਹਦਾ ਨਾਂ ਘੜਾ ਵੱਜੀ ਜਾਂਦਾ ਹੈ ਬਣਨੇ ਕਰਕੇ, ਰੂਪ ਬਦਲਣੇ ਕਰਕੇ। ਘਟ ਤਜ ਮਾਟੀ ਜੇ ਜੋ ਕਹੇ, ਜੇਕਰ ਜੋ ਕਹੀਏ ਜਿਹੜੇ, ਜਾਂ ਜੇਕਰ ਘਟ ਘੜੇ ਦਾ ਜਿਹੜਾ ਆਕਾਰ ਜਿਹਾ ਵੇਖ ਕੇ ਘੜਾ ਕਹਿੰਦੇ, ਉਹ ਘੜੇ ਦੀ ਉਪਾਧੀ ਨੂੰ ਛੱਡ ਦਈ, ਛੱਡ ਕਰਕੇ ਮਾਟੀ ਕਹੇ, ਮਾਟੀ ਕਹੇ, ਮਿੱਟੀ ਕਹਿਣਾ ਕਹੇ। ਕਾ ਕੋ ਕਾਰਨ ਸੋਏ, ਤੇ ਉਹ ਕਾ ਕੋ ਕਹੀਏ ਤਾਂ ਫਿਰ ਸੋਏ ਕਹੀਏ, ਉਹ ਮਿੱਟੀ ਦਾ ਕਾ ਕਹੀਏ, ਕਾ ਦਾ ਅਰਥ ਦਾ, ਕੋ ਦਾ ਅਰਥ ਕਿਹੜਾ, ਫਿਰ ਸੋਏ ਦਾ ਅਰਥ ਮਿੱਟੀ। ਕਾ ਕੋ ਕਾਰਨ ਸੋਏ, ਭਾਵ ਉਹ ਮਿੱਟੀ ਦਾ ਕਾਰਨ ਫਿਰ ਕਿਹਨੂੰ ਕਵਾਂਗੇ? ਘੜੇ ਦਾ ਕਾਰਨ ਤੇ ਮਿੱਟੀ ਹੋ ਗਈ, ਵੀ ਮਿੱਟੀ ਤੋਂ ਘੜਾ ਬਣਿਆ। ਪਰ ਜੇ ਉਹ ਤੇ ਆਪਾਂ ਉਹਨੂੰ ਘੜਾ ਘੜਾ ਕਹਿੰਦੇ ਆ, ਪਰ ਜੇ ਉਹ ਘੜੇ ਨੂੰ ਹੀ, ਉਹ ਘੜੇ ਦੀ ਉਪਾਧੀ ਛੱਡ ਕੇ ਉਹਨੂੰ ਮਿੱਟੀ ਕਹੀਏ, ਤੇ ਫਿਰ ਉਹ ਮਿੱਟੀ ਦਾ ਕਾਰਨ ਕੀ ਹੈ? ਕੋਈ ਵੀ ਨਹੀਂ। ਕਾ ਕੋ ਕਾਰਨ ਸੋਏ, ਉਸ ਸੋਏ ਕਹੀਏ ਉਸ ਮਿੱਟੀ ਦਾ ਜਿਹੜਾ ਕਾਰਨ ਆ। ਕਾ ਕੋ ਕਹੀਏ ਮਿੱਟੀ ਦਾ, ਕਾ ਦਾ ਅਰਥ ਦਾ, ਕੋ ਅਰਥ ਕਿਹੜਾ, ਮਿੱਟੀ ਦਾ ਕਿਹੜਾ ਕਾਰਨ ਹੈ? ਉਹ ਮਿੱਟੀ ਦਾ ਕਿਹੜਾ ਕਾਰਨ ਹੋਵੇਗਾ? ਫਿਰ ਬ੍ਰਹਮ ਜਗ ਐਸੇ ਜਾਨੋ, ਇਸ ਐਸੇ ਕਈ ਐਸੇ ਪ੍ਰਕਾਰ ਹੀ ਬ੍ਰਹਮ ਨੂੰ, ਭਰਾ ਪਰਮਾਤਮਾ ਨੂੰ ਤੇ ਜਗ ਜਗਤ ਦਾ ਕਾਰਨ ਜਾਣ ਲਓ। ਬ੍ਰਹਮ ਜਗ ਐਸੇ ਜਾਨੋ, ਇਸੇ ਤਰ੍ਹਾਂ ਤੁਸੀਂ ਨਾ ਜਿਹੜਾ ਬ੍ਰਹਮ ਨੂੰ ਜਗਤ ਦਾ ਕਾਰਨ ਜਾਣਨਾ ਕਰੋ। ਕੋ ਅੱਗੇ ਖੋਲ ਹੀ ਦੇਣ ਲੱਗੇ ਆ, ਜਗ ਤਜੇ ਬ੍ਰਹਮ ਹੀ ਕਹੈ। ਜੇਕਰ ਹੁਣ ਵੀ ਬ੍ਰਹਮ ਜਿਹੜਾ ਹੈ ਕਾਰਨ ਹੈ ਜਗਤ ਦਾ, ਤੇ ਜੇ ਕੋਈ ਜਗ ਤਜੇ ਬ੍ਰਹਮ ਹੀ ਕਹੇ, ਸੰਸਾਰ ਦੀ ਉਪਾਧੀ ਛੱਡ ਕੇ ਸੰਸਾਰ ਨੂੰ, ਸੰਸਾਰ ਦੇ ਆਕਾਰ ਨੂੰ ਜਿਹੜਾ ਵੇਖ ਕੇ ਆਪਾਂ ਸੰਸਾਰ ਕਹਿੰਦੇ ਹਾਂ, ਸੰਸਾਰ ਦੀ ਉਪਾਧੀ ਛੱਡ ਕੇ ਜੇ ਕੋਈ ਬ੍ਰਹਮ ਹੀ ਬ੍ਰਹਮ ਕਹੇ ਵੀ ਇਹਦੇ ਬ੍ਰਹਮ ਹੈ, ਪ੍ਰਗਟ ਨਿਰਪਾਦ ਵਖਾਨ, ਤਾਂ ਫਿਰ ਤੁਸੀਂ ਪ੍ਰਗਟ ਕੇ ਪ੍ਰਤਾਖੀ ਨਿਰਪਾਦ, ਭਾਵ ਨਿਰ ਉਪਾਦ, ਉਪਾਧੀ ਤੋਂ ਬਿਨਾ ਵਖਾਨੋਂ ਕਹੀਏ ਕਥਨ ਕੀਤਾ ਜਾਵੇਗਾ। ਪਰ ਪ੍ਰਗਟ ਹੀ ਉਪਾਧੀ ਤੋਂ ਬਿਨਾ ਵਖਾਨੋਂ ਕਹੀਏ ਪ੍ਰਗਟ ਕੀਤਾ ਜਾਏਗਾ। ਪ੍ਰਗਟ ਕਹੀਏ ਪ੍ਰਤਾਖ ਹੀ ਉਪਾਧੀ ਤੋਂ ਬਿਨਾ ਕਥਨ ਕੀਤਾ ਜਾਏਗਾ। ਸੌਖਾ ਸਮਝਾਵਾਂ ਵੀ ਜਿਵੇਂ ਘੜੇ ਨੂੰ ਲੋਕ ਘੜਾ ਕਹਿੰਦੇ ਆ, ਉਹਦਾ ਕਾਰਨ ਮਿੱਟੀ ਹੁੰਦਾ। ਜੇ ਘੜੀ ਦੀ ਉਪਾਧੀ ਛੱਡ ਦਈਏ ਫਿਰ ਉਹਦਾ ਕਾਰਨ ਕੀ ਹੋ ਗਿਆ? ਆ ਰਹਿ ਗਈ ਮਿੱਟੀ, ਤੇ ਮਿੱਟੀ ਦਾ ਕਾਰਨ ਤੇ ਕੋਈ ਵੀ ਨਹੀਂ ਪ੍ਰਮਾਣ ਤੌਰ ਤੇ। ਹੁਣ ਜੇ ਸਾਰਾ ਬ੍ਰਹਮ ਹੀ ਕਾਰਨ ਹੈ ਨਾ, ਪਰ ਇੱਥੇ ਇੰਨਾ ਅਰਥ ਲੈਣਾ ਕਿ ਮਿੱਟੀ ਦਾ ਕਾਰਨ ਫਿਰ ਕੀ ਹੈ? ਕੋਈ ਵੀ ਨਹੀਂ। ਮਿੱਟੀ ਨੂੰ ਕਿਹਨੇ ਬਣਾਇਆ? ਕੋਈ ਨੇ ਵੀ ਨਹੀਂ। ਹੈ ਤਾਂ ਉਹ ਘੜਾ ਬਣਿਆ, ਤੇ ਘੜੇ ਨੂੰ ਵੇਖ ਕੇ ਘੜਾ ਕਹਿੰਦੇ, ਘੜਾ ਦਾ ਘੜੀ ਦੀ ਉਪਾਧੀ ਛੱਡਦੀ ਰਹਿ ਗਿਆ, ਮਗਰ ਮਿੱਟੀ ਕਹਿਣ ਲੱਗ ਪਏ ਉਹਨੂੰ, ਤੇ ਮਿੱਟੀ ਦਾ ਫਿਰ ਕਾਰਨ ਤੇ ਕੋਈ ਨਹੀਂ। ਇਸੇ ਤਰ੍ਹਾਂ ਕਹਿੰਦੇ ਸੰਸਾਰ ਦਾ ਜਿਹੜਾ ਕਾਰਨ ਬ੍ਰਹਮ ਨੂੰ ਜਾਣ ਲਓ, ਕਿ ਜੇ ਸੰਸਾਰ ਛੱਡ ਕੇ ਕੋਈ ਉਹ ਸੰਸਾਰ ਜਿਹਨੂੰ ਕਹਿੰਦੇ ਭਰਾ ਬ੍ਰਹਮ ਤੋਂ ਇਹ ਬਣਿਆ ਜਗਤ, ਹਾਂਜੀ, ਤੇ ਉਹਨੂੰ ਜਗਤ ਕਹੀ ਜਾਂਦੇ। ਪਰ ਜੇ ਜਗਤੀ ਛੱਡ ਕੇ ਤੇ ਬ੍ਰਹਮ ਕੋਈ ਕਹੀ ਜਾਵੇ, ਫਿਰ ਬ੍ਰਹਮ ਹੀ ਦੇ ਕਾਰਨ ਹੈ। ਜੇ ਮਿੱਟੀ ਕਾਰਨ ਹੈ ਤੇ ਮਿੱਟੀ ਦਾ ਕੋਈ ਨਾਂ ਨਹੀਂ ਰਹਿ ਗਿਆ, ਤੇ ਫਿਰ ਵੇਖੋ ਬ੍ਰਹਮ ਹੀ ਬ੍ਰਹਮ ਰਹਿ ਜਾਊਗਾ, ਤੇ ਬ੍ਰਹਮ ਤੋਂ ਅੱਗੇ ਕੋਈ ਕੀ ਕਹੂਗਾ? ਸੰਸਾਰ ਦਾ ਕਾਰਨ ਕੀ ਹੈ? ਬ੍ਰਹਮ। ਤੇ ਬ੍ਰਹਮ ਜਦੋਂ ਕੋਈ ਕਹਿਣ ਲੱਗ ਪਊ ਸੰਸਾਰ ਨੂੰ, ਫਿਰ ਅੱਗੇ ਕਿਸੇ ਨੇ ਕੀ ਕਹਿਣਾ? ਫਿਰ ਪ੍ਰਤਾਖੀ ਉਪਾਧੀ ਤੋਂ ਬਿਨਾਂ ਕਥਨ ਕੀਤਾ ਜਾਵੇਗਾ। ਆਓ ਕੋਈ ਉਹ ਉਪਾਧੀ ਕਰਕੇ ਹੀ, ਜਿਵੇਂ ਮਿੱਟੀ ਨੂੰ ਘੜਾ ਕਹੀ ਜਾਂਦੇ ਆ, ਘੜੇ ਦੇ ਘੜੇ ਦੀ ਉਪਾਧੀ ਕਰਕੇ ਇਹਦਾ ਘੜਾ ਨਾ ਵੱਜਦਾ, ਇਸੇ ਤਰ੍ਹਾਂ ਸੰਸਾਰ ਦੀ ਉਪਾਧੀ ਕਰਕੇ ਇਹਦਾ ਸੰਸਾਰ ਨਾ ਵੱਜੀ ਜਾਂਦਾ। ਬ੍ਰਹਮ ਦਾ ਬਣਤਰ ਬਣੀ ਵੇਖ ਕੇ, ਪਰ ਅਸਲ ਵਿੱਚ ਹੈ ਕੀ ਆ? ਜਿਵੇਂ ਘੜਾ ਇੱਕ ਮਿੱਟੀ ਹੀ ਹੈ, ਇਸੇ ਤਰ੍ਹਾਂ ਸੰਸਾਰ ਇੱਕ ਬ੍ਰਹਮ ਹੀ ਬ੍ਰਹਮ ਹੈ। ਜੇ ਗਿਆਨ ਹੋਣ ਤੇ ਜਿਵੇਂ ਗਿਆਨੀ ਪੁਰਸ਼
ਉਹ ਘੜੀ ਦੀ ਉਪਾਧੀ ਛੱਡ ਕੇ ਉਹਨੂੰ ਮਿੱਟੀ ਦੱਸ ਦੇਵੇ ਤੇ ਮਿੱਟੀ ਆ, ਤੇ ਮਿੱਟੀ ਕਾਰਨ ਹੈ, ਫਿਰ ਅੱਗੇ ਕੋਈ ਗੱਲ ਨਹੀਂ ਰਹਿ ਜਾਂਦੀ। ਇਸੇ ਤਰ੍ਹਾਂ ਗਿਆਨੀ ਪੁਰਸ਼ ਜਦੋਂ ਸੰਸਾਰ ਦੀ ਉਪਾਧੀ ਛੱਡ ਕੇ ਬ੍ਰਹਮ ਕਹਿੰਦਾ ਤੇ ਬ੍ਰਾਹਮੀ ਕਾਰਨ, ਫਿਰ ਅੱਗੇ ਕੋਈ ਉਪਾਧੀ ਨਹੀਂ ਰਹਿ ਜਾਂਦੀ। ਉਪਾਧੀ ਤੋਂ ਬਿਨਾਂ ਫਿਰ ਪ੍ਰਗਟ ਕਥਨ ਕੀਤਾ ਜਾਂਦਾ ਜੇ ਬ੍ਰਾਹਮੀ ਬ੍ਰਹਮ ਹੈ। ਪਿਤਾ ਪੁੱਤਰ ਤੇ ਹੋਏ, ਜਿਸ ਪ੍ਰਕਾਰ ਪਿਤਾ ਜਿਹੜਾ ਵਾ ਉਹ ਪੁੱਤਰ ਦੇ ਪੈਦਾ ਹੋਣ ਕਰਕੇ ਹੀ ਪਿਤਾ ਹੁੰਦਾ। ਪਿਤਾ ਕੋਈ ਇੱਦਾਂ ਨਹੀਂ ਬਣ ਜਾਂਦਾ, ਪੁੱਤਰ ਤੇ ਪੁੱਤਰ ਪੈਦਾ ਹੋਣ ਤੇ ਪਿਤਾ ਕਿਹਾ ਜਾਂਦਾ। ਪਿਤਾ ਬਿਨ ਪੁੱਤਰ ਨਾ ਤੈਸੇ, ਬਸ ਉਸੇ ਤਰ੍ਹਾਂ ਹੀ ਪਿਤਾ ਤੋਂ ਬਿਨਾਂ, ਪਿਤਾ ਤੋਂ ਬਿਨਾਂ ਪੁੱਤਰ ਵੀ ਨਹੀਂ ਹੋ ਸਕਦਾ। ਪਿਤਾ ਪੁੱਤਰ ਪੈਦਾ ਹੋਣ ਤੇ ਪਿਤਾ ਨਾ ਬਣਦਾ, ਪਿਤਾ ਖਵਾਈਦਾ ਹੈ। ਪੁੱਤਰ ਕਰਕੇ ਬਾਪ ਪਿਤਾ ਵਾ, ਤੇ ਪਿਤਾ ਬਿਨਾਂ ਪੁੱਤਰ ਵੀ ਨਹੀਂ ਆ। ਠੀਕ ਨਹੀਂ, ਪਿਤਾ ਤੋਂ ਬਿਨਾਂ ਪੁੱਤਰ ਨਹੀਂ ਪੈਦਾ ਹੁੰਦਾ, ਤੇ ਪੁੱਤਰ ਪੈਦਾ ਹੋਣ ਤੇ ਪਿਤਾ ਬਣੀਦਾ ਹੈ। ਕਾਰਨ ਹੂੰ ਮਿਟ ਜਾਏ, ਇਸੇ ਪ੍ਰਕਾਰ ਜੇਕਰ ਕਾਰਨ ਹੀ ਮਿਟ ਜਾਏ, तब है कार्य कहो कैसे, तब है कहिए तो फिर आ कार्य दसना करो कि किस प्रकार रहेगा। कहो कहिए दसो, फिर तदों कहिए कार्य कैसे किस प्रकार रहेगा। मतलब कारण करके कार्य आ। हाँ जी, ते जे कारण ही मिट जाए तो फिर कार्य किथे। ब्रह्म कारण आ, ब्रह्म कारण आ। ते जे ब्राह्मी मिट जाए तो दसो फिर कार्य संसार किथे, संसार तो कोई है ही नहीं। मतलब ब्रह्म कारण करके ये संसार रूपी कार्य दिस रहा, ਇਹਦਾ कोई ना कोई तो कार्य संसार का कारण है ही है ना, वो है ब्रह्म। हुण पिता की है कारण पुत्र का। हाँ जी, ते जे वो पुत्र ही ना रहे ते पिता कारण आ, पुत्र कार्य आ। ते पुत्र करके ही पिता है, संसार करके ही ब्रह्म की होंद दिस रही है। उंज ते ब्रह्म है, पर इत्थे प्रमाण तौर पर जिवें पुत्र पैदा होने ते ही पिता का कारण पता लगता कि इहदा कोई पिता है। हाँ जी, ते जे पुत्र ते इसे प्रकार ही संसार तो ही ये कारण दिस सिद्ध हो रहा कि इहदा कारण ब्रह्म है। हाँ, पिता बिन पुत्र ना तैसे। ते जिहड़ा पुत्र है ना, वो पिता तो बिना भी नहीं हो सकता। इसे तरह ब्रह्म तो बिना संसार पैदा नहीं हो सकता। ये जे संसार है तो समझ लो इहदा पिता ब्रह्म है। ते ये संसार की होंद तो ही पता दिस रहा भी इहदा कारण ब्रह्म है, ते इहदा पिता भी ब्रह्म है। ते ब्रह्म तो बिना ये पुत्र पैदा नहीं हो सकता। संसार कारण हो मिट जाए, जे पिता ही ना रहे, पिता रूपी कारण ही मिट जाए, तो पुत्र रूपी कार्य दसो किस तरह रहूगा। इसे तरह जेकर आखे भी ब्राह्मी नहीं कोई हैगा, ब्राह्मी मिट जाए तो दसो संसार रूपी कार्य किस तरह रहेगा। ये नहीं फिर रहता है। इस करके संसार रूपी कार्य की जिहड़ी होंद आ, ये ब्रह्म रूपी कारण करके ही है। ब्रह्म जो रूपी जिहड़ा कारण उहदे करके ही है। जे ब्रह्म है तो संसार है, जे संसार जे ब्रह्म नहीं है संसार नहीं। तो इस करके इहदा जिहड़ा कारण है वह ब्रह्म नूं मनना है। निमित्त कारण कार्य, कारण कार्य ते परे, कारण कार्य तो परे सो तत् ब्रह्म विचार। ते जैसे घट को घट कह, जिस प्रकार घड़े नूं घड़ा कहिंदे आ, ते माटी दा कारण हुंदा। हाँ जी, ते जे घड़े की उपाधि छड्ड के, घड़े के कारण छड्ड के उन्हें मिट्टी कोई कहे, फिर किहदा कोई कारण हो सकता। उसका कारण की मिट्टी घड़े का, वो फिर जिहड़ी मिट्टी का कारण की कोई भी नहीं। हाँ जी, ते जिस तरह वो मिट्टी का कोई कारण नहीं रहिंदा, इस तरह तुसीं संसार का ब्रह्म नूं जाण। भाव संसार का जिहड़ा है
ਇਹ ਸੰਸਾਰ ਦਾ ਸਾਰੇ ਕਹਿੰਦੇ ਆ ਇਹਦਾ ਕਾਰਨ ਕੀ ਹੈ? ਬ੍ਰਹਮ ਆ। ਤੇ ਜੇ ਸੰਸਾਰ ਨੂੰ ਛੱਡ ਕੇ ਸਾਰੇ ਬ੍ਰਹਮ ਬ੍ਰਹਮ ਕਹਿਣ ਲੱਗ ਪੈਣ ਤੇ ਰਹਿ ਜੂ ਇਕੱਲਾ ਕੀ ਹੈ? ਬ੍ਰਹਮ ਕਾਰਨ ਹੈ ਸੰਸਾਰ ਦਾ, ਰਹਿ ਜੂ ਇਕੱਲਾ ਬ੍ਰਹਮ। ਫਿਰ ਬ੍ਰਹਮ ਦਾ ਕਾਰਨ ਕੀ? ਕੋਈ ਵੀ ਨਹੀਂ। ਫਿਰ ਬ੍ਰਹਮ ਦਾ ਕੋਈ ਕਾਰਨ ਨਹੀਂ ਨਾ ਹੈਗਾ। ਬ੍ਰਹਮ ਤੋਂ ਅੱਗੇ ਕੋਈ ਗੱਲ ਹੈ ਹੀ ਨਹੀਂ। ਬ੍ਰਹਮ ਹੀ ਸਭ ਦਾ ਕਾਰਨ ਹੈ, ਬ੍ਰਹਮ ਅੱਗੇ ਕੋਈ ਗੱਲ ਹੈ ਹੀ ਨਹੀਂ। ਤੇ ਪਿਤਾ ਜਿਹੜਾ ਵਾ ਉਹ ਪੁੱਤਰ ਤੋਂ ਪੈਦਾ ਹੁੰਦਾ। ਪਿਤਾ ਜਿਹੜਾ ਪਿਤਾ ਪੁੱਤਰ ਤੇ ਹੋਏ। ਪੁੱਤਰ ਪੈਦਾ ਹੋਣ ਕਰਕੇ ਹੀ ਪਿਤਾ ਜਿਹੜਾ ਪੁੱਤਰ ਦੇ ਕਰਕੇ ਹੀ ਹੁੰਦਾ ਬਣਦਾ। ਜੇ ਪੁੱਤਰ ਪੈਦਾ ਹੁੰਦਾ ਤੇ ਪਿਤਾ ਬਣਦਾ। ਤੇ ਜਿਹੜਾ ਪਿਤਾ ਤੋਂ ਬਿਨਾਂ ਪੁੱਤਰ ਵੀ ਨਹੀਂ ਬਣ ਸਕਦਾ। ਹਾਂਜੀ, ਇਸੇ ਤਰ੍ਹਾਂ ਜਿਹੜਾ ਹੈ ਬ੍ਰਹਮ ਆ ਉਹ ਸੰਸਾਰ ਉਹ ਵੀ ਪੁੱਤਰ ਦੇ ਪੈਦਾ ਹੋਣ ਕਰਕੇ ਉਹ ਜਿਹੜਾ ਕਾਰਨ ਰੂਪ ਬਣ ਰਿਹਾ ਹੈ। ਤੇ ਇਹ ਜਿਹੜਾ ਬ੍ਰਹਮ ਤੋਂ ਰੂਪੀ ਪਿਤੇ ਤੋਂ ਬਿਨਾਂ ਪੁੱਤਰ ਹੋ ਨਹੀਂ ਸਕਦਾ। ਸੰਸਾਰ ਮਤਲਬ ਪੈਦਾ ਹੋ ਨਹੀਂ ਸਕਦਾ ਜੇ ਇਹਦਾ ਕਾਰਨ ਨਾ ਕੋਈ ਹੋਵੇ। ਤੇ ਜੇ ਕੋਈ ਸੰਸਾਰ ਨੂੰ ਹੀ ਬ੍ਰਹਮ ਬ੍ਰਹਮ ਕਹੀ ਜਾਵੇ ਤੇ ਫਿਰ ਇਹਦਾ ਕਾਰਨ ਕਿਹੜਾ? ਇਹਦਾ ਕਾਰਨ ਤੇ ਬ੍ਰਹਮ ਹੈ। ਫਿਰ ਉਸ ਬ੍ਰਹਮ ਦਾ ਕਾਰਨ ਕੌਣ? ਤੇ ਜੇਕਰ ਆ ਕਾਰਨ ਨੂੰ ਮਿਟ ਜਾਏ, ਕਾਰਨ ਜਿਵੇਂ ਪਿਤਾ ਮਿਟ ਜਾਏ ਤੇ ਪੁੱਤਰ ਰੂਪੀ ਕਾਰਜ ਦੱਸੋ ਕਿਸ ਤਰ੍ਹਾਂ ਰਹਿਣਾ? ਕੋਈ ਨਹੀਂ ਰਹੇਗਾ। ਇਸੇ ਤਰ੍ਹਾਂ ਬ੍ਰਹਮ ਰੂਪੀ ਕਾਰਨ ਹੀ ਮਿਟ ਜਾਏ, ਆਖੇ ਵੀ ਬ੍ਰਹਮ ਕੋਈ ਹੈ ਨਹੀਂ ਆ, ਤਦ ਵਹਿ ਕਾਰਜ ਕਹੋ ਕੈਸੇ? ਤਦੋਂ ਕਾਰਜ ਜਿਹੜਾ ਇਹ ਸੰਸਾਰ ਰੂਪੀ ਕਾਰਜ ਹੈ ਇਹ ਕਿਸ ਪ੍ਰਕਾਰ ਰਹੇਗਾ? ਨਹੀਂ ਰਹਿ ਸਕਦਾ, ਕਿਉਂਕਿ ਬ੍ਰਹਮ ਹੀ ਕਾਰਨ ਆ। ਨਿਮਿਤ ਕਾਰਨ ਵੀ, ਉਪਾਦਾਨ ਕਾਰਨ ਵੀ ਇਹ ਸੰਸਾਰ ਦਾ ਕਾਰਨ ਹੈ ਬ੍ਰਹਮ। ਕਾਰਨ ਕਰਕੇ ਕਾਰਜ। ਜੇ ਕਾਰਜ ਜਿਹੜਾ ਕਾਰਨ ਨਹੀਂ ਰਹੂਗਾ ਫਿਰ ਕਾਰਨ ਨਹੀਂ ਰਹਿ। ਜੇ ਕਾਰਨ ਨਹੀਂ ਰਹੂਗਾ ਕਾਰਜ ਨਹੀਂ ਰਹਿ ਸਕਦਾ। ਹਰੇਕ ਚੀਜ਼ ਮਿੱਟੀ ਕਾਰਨ ਆ, ਘੜਾ ਕਾਰਜ ਆ। ਹਾਂਜੀ, ਤੇ ਘੜੇ ਦੀ ਹੋਂਦ ਕੀ ਹੈ? ਮਿੱਟੀ। ਜੇਕਰ ਉਹ ਘੜੇ ਰੂਪੀ ਘੜਾ ਜਿਹੜਾ ਕਾਰਜ ਰੂਪੀ ਘੜਾ ਆ ਹੈ ਉਹਦਾ ਕਾਰਨ ਮਿੱਟੀ ਆ। ਜੇਕਰ ਉਹ ਕਾਰਨ ਮਿੱਟੀ ਨਹੀਂ ਰਹੂਗਾ ਫਿਰ ਘੜਾ ਕਿੱਥੇ ਰਹੂਗਾ? ਨਹੀਂ ਰਹਿ ਸਕਦਾ। ਇਸ ਕਰਕੇ ਤੇ ਉਹ ਘੜੇ ਦਾ ਵੇਖੋ ਪ੍ਰਤੱਖ ਹੀ ਸਾਨੂੰ ਪਤਾ ਵਾ ਉਹਦਾ ਕੋਈ ਨਾ ਕੋਈ ਕਾਰਨ ਤੇ ਹੈ ਹੀ ਆ। ਉਹ ਦੇਸੀ ਰਾਵੀ ਮਿੱਟੀ ਆ। ਇਸੇ ਤਰ੍ਹਾਂ ਸੰਸਾਰ ਦਾ ਕੋਈ ਨਾ ਕੋਈ ਕਾਰਨ ਤੇ ਹੈ ਹੀ ਆ, ਉਹ ਵੀ ਬ੍ਰਹਮ ਹੈ। ਤੇ ਜਦੋਂ ਬ੍ਰਹਮ ਸੰਸਾਰ ਨੂੰ ਆਪਾਂ ਕਹਾਂਗੇ ਕਿ ਇਹ ਬ੍ਰਹਮ ਹੀ ਬ੍ਰਹਮ ਹੈ ਤੇ ਫਿਰ ਉਹ ਬ੍ਰਹਮ ਹੀ ਕਾਰਨ ਹੈ, ਫਿਰ ਅੱਗੇ ਕੋਈ ਕਾਰਨ ਨਹੀਂ ਰਹਿ ਜਾਂਦਾ। ਸੋ ਇਸੇ ਪ੍ਰਕਾਰ ਇੱਥੇ ਜਿਹੜੀ ਸਮਾਪਤੀ ਕਰੀਏ। ਕਾਫੀ ਸਮਾਂ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਿਸ਼ਾ ਥੋੜ੍ਹਾ ਕਠਿਨ ਸੀ ਤਾਂ ਉਹ ਕਰੇ ਬਾਰ ਇਹਦਾ ਕਥਨ ਕੀਤਾ। ਪਿਤਾ ਪੁੱਤਰ ਤੇ ਹੋਏ, ਪਿਤਾ ਬਿਨ ਪੁੱਤਰ ਨਾ ਤੈਸੇ, ਕਾਰਨ ਹੂੰ ਮਿਟ ਜਾਏ ਤਬਹਿ ਕਾਰਜ ਕਹੋ ਕੈਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।